ज़्यादा गल जी इत्थे PCS अफसरां की कीती गई आ। खबर तो यह भी सी कि एक्साइज वाले भी हड़ताल ते गए आ, उन्होंने सपोर्ट दे विच रेवन्यू डिपार्टमेंट भी आ गया तो कुछ एक होर जिहड़े मिडल क्लास की जिहड़ी अफसरशाही आ जां लोअर मिडल क्लास की अफसरशाही आ उहदे भी कई तरह के हुण वंडां ने। IAS जिहड़े वड्डे अफसरशाह ने वो तो खैर है ही ने तो PCS वालों मिडल क्लास आ, उस तो भी लोअर मिडल क्लास जिदा डॉक्टर इंजीनियर जिहड़े गैसटेड ऑफिसर्स आउंदे आ, हालांकि वो अपने अपने इन्हां दे एट पार ही समझते आ, पर जिदा दा रुतबा समाज दे विच है ਉਹਦੇ ਵਿੱਚ ਰੈਵਨਿਊ ਵਾਲੇ ਅਫਸਰ ਐਕਸਾਈਜ਼ ਮਹਿਕਮੇ ਦੇ ਅਫਸਰ ਵੀ ਕਿਹਾ ਜਾ ਰਿਹਾ ਸੀ ਕਿ ਸਪੋਰਟ ਦੇ ਉੱਤੇ ਹੜਤਾਲ ਤੇ ਗਏ ਹੋਏ ਨੇ। ਉਹਨਾਂ ਬਾਰੇ ਕੋਈ ਖਬਰ ਨਹੀਂ ਪੁਖਤਾ ਰੂਪ ਵਿੱਚ ਸਾਹਮਣੇ ਆਈ। ਕਾਂਗਰਸ ਦੀ ਪਿਛਲੀ ਸਰਕਾਰ ਜਿਹੜੀ ਰੁਖਸਤ ਹੋਈ ਆ ਉਹਦੇ ਸਮੇਂ ਦੇ ਦੌਰਾਨ ਕਿਹਾ ਜਾਂਦਾ ਕਿ ਅਫਸਰਸ਼ਾਹੀ ਨੇ ਪੂਰੀਆਂ ਖੁੱਲ੍ਹਾਂ ਮਾਣੀਆਂ ਤੇ ਲਗਾਤਾਰ ਇਹ ਵੀ ਆਪਾਂ ਸੁਣਦੇ ਰਹੇ ਆ ਕੁਝ ਪੱਤਰਕਾਰ ਭਾਈਚਾਰੇ ਵੱਲੋਂ ਕਿ ਕੰਮ ਸਾਰੇ ਜਿਹੜੇ ਆ ਉਹ ਅਕਾਲੀ ਦਲ ਦੇ ਹੁੰਦੇ ਆ। ਈਵਨ ਕਾਂਗਰਸ ਦੇ ਵਰਕਰ ਵੀ ਇਸ ਗੱਲ ਤੋਂ ਦੁਖੀ ਸੀਗੇ, ਕਾਂਗਰਸ ਦੇ MLA ਵੀ ਦੁਖੀ ਸੀਗੇ ਕਿ ਸਾਡੀ ਅਫਸਰਸ਼ਾਹੀ ਸੁਣਦੀ ਨਹੀਂ ਤੇ ਕਿਤੇ ਨਾ ਕਿਤੇ ਇਦਾਂ ਲੱਗ ਰਿਹਾ ਸੀ ਕਿ ਅਕਾਲੀ ਦਲ ਦੇ ਵੇਲੇ ਦੇ ਜਿਹੜੇ ਅਫਸਰ ਲੱਗੇ ਹੋਏ ਸੀ ਉਹਨਾਂ ਨੂੰ ਹੀ ਅੱਗੇ ਐਕਸਟੈਂਡ ਕੀਤਾ ਗਿਆ। ਇੱਕ ਤੀਸਰਾ ਸੈਕਸ਼ਨ ਵੀ ਹੈਗਾ, ਇੱਕ ਤਾਂ ਪੱਕੇ ਤੌਰ ਦੇ ਉੱਤੇ ਵਫਾਦਾਰ ਹੁੰਦੇ ਆ ਵੀ ਆਹ ਫਲਾਨਾ ਜਿਹੜਾ ਆ ਕਾਂਗਰਸ ਦਾ ਵਫਾਦਾਰ ਹੈ, ਆਹ BJP ਦਾ ਵਫਾਦਾਰ ਹੈ, ਆਹ ਅਕਾਲੀ ਦਲ ਦਾ ਵਫਾਦਾਰ ਹੈ, ਉਹਨਾਂ ਨਾਲ ਹੋਰ ਤਰ੍ਹਾਂ ਡੀਲਿੰਗ ਹੁੰਦੀ ਹੈ। ਇੱਕ ਰਾਮ ਵਿਲਾਸ ਪਾਸਵਾਨ ਵਰਗੇ ਲੋਕ ਹੁੰਦੇ ਆ, ਜਿਹੜਾ ਰਾਜਨੀਤੀ 'ਚ ਰਾਮ ਵਿਲਾਸ ਪਾਸਵਾਨ ਤੇ ਡੈਮੋਕ੍ਰੇਸੀ ਦੇ ਵਿੱਚ ਵੀ ਇੱਦਾਂ ਦੇ ਲੋਕ ਹੁੰਦੇ ਆ ਜਿਹੜੇ ਕਿਸੇ ਨੂੰ ਵੀ ਮਤਲਬ ਦੁਖੀ ਨਹੀਂ ਕਰਦੇ, ਜਿਹੜਾ ਆ ਜਾਂਦਾ ਉਹਦੇ ਨਾਲ ਜਾਂਦੇ ਆ ਵੀ ਮੈਂ ਤਾਂ ਤੁਹਾਡਾ ਹੀ ਹਾਂ। ਤੇ ਇਹ ਇੱਕ ਵੱਖਰੀ ਕਿਸਮ ਹੈ, ਇਹ ਜੀਵ ਜਿਹੜੇ ਆ ਇਹ ਉਹਨਾਂ ਦੀ ਇੱਕ ਵੱਖਰੀ ਕਿਸਮ ਹੈ। ਜਿਹੜੀ ਅਸਲੀ ਇੰਜੀਨੀਅਰਿੰਗ ਹੈ ਜਦੋਂ ਤੁਸੀਂ ਫੀਲਡ 'ਚ ਵੀ ਕੰਮ ਕਰਦੇ ਹੋ, ਮਕੈਨੀਕਲ ਵਾਲੇ ਆ, ਸਿਵਲ ਵਾਲੇ ਆ, ਇਲੈਕਟ੍ਰੀਕਲ ਵਾਲੇ ਆ, ਜਿਹੜੀਆਂ ਬੇਸਿਕ ਇੰਜੀਨੀਅਰਿੰਗ ਹੁੰਦੀਆਂ ਸੀ ਕਿਸੇ ਜ਼ਮਾਨੇ 'ਚ, ਹੁਣ ਅੱਗੇ ਇਲੈਕਟ੍ਰੋਨਿਕਸ ਤੇ ਕਈ ਕੁਝ ਹੋ ਗਿਆ, ਕੰਪਿਊਟਰ ਹੋ ਗਿਆ, ਉਹਨਾਂ ਨਾਲੋਂ ਕਾਫੀ ਫਰਕ ਆ। ਅਸੀਂ ਤਾਂ ਕਈ ਵਾਰ ਕਹਿੰਦੇ ਹੁੰਦੇ ਆ ਕਿ ਕੰਪਿਊਟਰ ਇੰਜੀਨੀਅਰ ਹੋਣਾ ਜਾਂ ਇਲੈਕਟ੍ਰੋਨਿਕਸ ਇੰਜੀਨੀਅਰ ਹੋਣਾ ਇੱਕ ਕਿਸਮ ਦਾ ਸੋਫਿਸਟੀਕੇਟਡ ਕਲਰਕ ਹੋਣਾ ਹੀ ਹੁੰਦਾ ਆ। ਜਿਹੜੀ ਅਸਲੀ ਇੰਜੀਨੀਅਰਿੰਗ ਉਹ ਤਾਂ ਫੀਲਡ ਵਾਲੀ ਇੰਜੀਨੀਅਰਿੰਗ ਹੁੰਦੀ ਆ। ਵੀ ਅਸੀਂ ਕਿਸੇ ਤੇ ਇਹ ਤਾਂ ਨਹੀਂ ਕਹਿ ਸਕਦੇ ਵੀ ਹਾਂ ਵੀ ਕਿਸਾਨ ਜਥੇਬੰਦੀਆਂ ਜਾਂ ਬਾਕੀ ਜਥੇਬੰਦੀਆਂ ਤੇ ਅਸੀਂ ਇਸ ਰੁੱਖ ਰੱਖੀਏ ਵੀ ਉਹ ਜੀਰੇ ਵੀ ਲੜ ਰਿਹਾ ਉਹ ਆ ਕੇ ਇੱਥੇ ਦੂਸਰੇ ਵੀ ਲੜਨਗੇ। ਅਸਲ 'ਚ ਜਿੱਦਾਂ ਜੀਰੇ ਦੀ ਫੈਕਟਰੀ ਦਾ ਅੰਦੋਲਨ ਜਿਹੜਾ ਆ ਉਹ ਸਟੈਪ ਬਾਈ ਸਟੈਪ ਅੱਗੇ ਵਧਿਆ, ਉੱਥੋਂ ਦੇ ਇਲਾਕੇ ਦੇ ਜਿਹੜੇ ਪਿੰਡ ਸੀ, ਪਿੰਡਾਂ ਦੇ ਲੋਕਾਂ ਨੇ ਜਿਸ ਤਰ੍ਹਾਂ ਇੱਕ ਉਹਦਾ ਮੁੱਢ ਬੰਨਿਆ ਤੇ ਹੌਲੀ ਹੌਲੀ ਉਹ ਫੈਲਦਾ ਅੱਜ ਪੰਜਾਬ ਦਾ ਮੋਰਚਾ ਬਣ ਗਿਆ। ਇਸੇ ਤਰ੍ਹਾਂ ਵੱਖ-ਵੱਖ ਜਿਹੜੀਆਂ ਮੁਸ਼ਕਲਾਂ ਫੇਸ ਕਰ ਰਹੇ ਨੇ ਲੋਕ ਵੱਖ-ਵੱਖ ਇਲਾਕਿਆਂ ਦੇ ਵਿੱਚ, ਉੱਥੋਂ ਵੀ ਇਸ ਤਰ੍ਹਾਂ ਦੀ ਜਿਹੜੀ ਕੰਸੋ ਆ ਰਹੀ ਹੈ ਕਿ ਹਿਲਜੁਲ ਜਿਹੜੀ ਆ ਸ਼ੁਰੂ ਹੋ ਚੁੱਕੀ ਹੈ। ਦਸਾਂ ਸਾਹਿਬ ਦੋ ਤਰ੍ਹਾਂ ਦੀ ਇੱਥੇ ਵੀ ਚਰਚਾ ਹੋ ਰਹੀ ਆ ਬੁੱਧੀਜੀਵੀ ਵਰਗ ਵਿੱਚ ਵੀ, ਪੱਤਰਕਾਰਾਂ ਦੇ ਵਿੱਚ ਵੀ ਤੇ ਕੁਝ ਜਿਹੜੇ ਚਿੰਤਕ ਨੇ ਲੋਕ ਉਹਨਾਂ ਵਿੱਚ ਵੀ। ਉਹ ਕਹਿ ਰਹੇ ਹੁੰਦੇ ਆ ਕਿ ਅੱਜ ਹੀ ਮੇਰੇ ਨਾਲ ਇੱਕ ਦੋਸਤ ਗੱਲ ਕਰ ਰਹੇ ਸੀ ਕਿ ਕਿਤੇ ਨਾ ਕਿਤੇ ਇੱਦਾਂ ਲੱਗਦਾ ਜਿੱਦਾਂ ਆਪਾਂ ਅਫਸਰਾਂ ਨੂੰ ਤਾਂ ਬੜੇ ਮਾਣ ਇੱਕਦਮ ਕਹਿ ਦਿੱਤਾ ਕਿ ਬਲੈਕਮੇਲਿੰਗ ਆ, ਉਹਨਾਂ ਦੀ ਅੱਗੇ ਝੁਕਣਾ ਨਹੀਂ ਚਾਹੀਦਾ, ਤੇ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਵੀ ਬਲੈਕਮੇਲਿੰਗ ਵਾਲੇ ਰੂਪ 'ਚ ਸਾਹਮਣੇ ਆ ਰਹੀਆਂ ਨੇ ਕਈ ਕਾਰਨਾਂ 'ਚ, ਇਹ 'ਚ ਕੋਈ ਦੋ ਰਾਵਾਂ ਨਹੀਂ ਆ। ਬਾਕੀ ਜਿਹੜੀਆਂ ਜਥੇਬੰਦਕ ਲੜਾਈਆਂ ਨਿੱਕੇ ਨਿੱਕੇ ਗਰੁੱਪ ਲੜ ਰਹੇ ਨੇ, ਕੋਈ ਟੀਚਰ ਲੜ ਰਹੇ ਨੇ, ਕੁਝ ਹੋਰ ਵਰਗ ਨੇ ਵੱਖ-ਵੱਖ ਸਮਾਜ ਦੇ, ਉਹਨਾਂ ਦੀ ਸੁਣਵਾਈ ਕਿਤੇ ਨਹੀਂ ਆ। ਮੈਂ ਤੁਹਾਡੇ ਨਾਲ ਪਿਛਲੇ ਦਿਨ ਵੀ ਗੱਲ ਕਰ ਰਿਹਾ ਸੀ GOG ਦੀ, ਤੁਸੀਂ ਕਿਹਾ ਪੰਜਾਬ 'ਚ ਕੋਈ ਖਬਰ ਨਹੀਂ ਆ, ਕਿਤੇ ਲੱਗਦੀ ਵੀ ਨਹੀਂ ਆ। ਤੇ ਉਹ ਵਿਚਾਰੇ ਬੈਠੇ ਹੋਏ ਆ ਭਗਵੰਤ ਮਾਨ ਦੀ ਕੋਠੀ ਦੇ ਅੱਗੇ, ਸਾਬਕਾ ਫੌਜੀ ਜਿਨ੍ਹਾਂ ਨੂੰ ਢਾਹ ਦਿੱਤਾ ਗਿਆ, ਗਵਰਨੈਂਸ ਆਫ ਕੀ ਉਹਨਾਂ ਗਾਰਡੀਅਨ ਆਫ ਗਵਰਨੈਂਸ ਉਹਨਾਂ ਨੂੰ ਨਾਂ ਦਿੱਤਾ ਗਿਆ ਸੀ ਕੈਪਟਨ ਸਾਹਿਬ ਦੇ ਵੇਲੇ। ਇਸੇ ਤਰ੍ਹਾਂ ਹੀ ਬਹੁਤ ਸਾਰੇ ਹੋਰ ਲੋਕ ਨੇ ਜਿਨ੍ਹਾਂ ਦੇ ਰੋਸੇ ਨੇ ਸਰਕਾਰ ਦੇ ਨਾਲ, ਤੇ ਉਹਨਾਂ ਨੂੰ ਮਤਲਬ ਠੀਕ ਕਰਨ ਲਈ ਸਰਕਾਰ ਕੋਈ ਕਦਮ ਉਠਾ ਨਹੀਂ ਰਹੀ, ਇਗਨੋਰ ਕਰ ਰਹੀ ਹੈ ਕਿਤੇ ਨਾ ਕਿਤੇ, ਕਿਉਂਕਿ ਉਹ ਪਾਵਰਫੁਲ ਜਥੇਬੰਦਕ ਰੂਪ ਵਿੱਚ ਨਹੀਂ ਗਈ। ਜਿੱਦਾਂ NRI ਦਾ ਮਸਲਾ ਆ, NRI ਦਾ ਮਸਲਾ ਤੇ ਉਹਦੇ ਵਿੱਚ ਵੀ ਇੱਕਾ ਦੁੱਕਾ ਕਾਰਵਾਈਆਂ ਹੋਈ ਜਾਂਦੀਆਂ, ਕਦੀ ਉੱਥੇ ਮੀਟਿੰਗ ਕਰ ਲਈ, ਉੱਥੇ ਮੀਟਿੰਗ ਕਰ ਲਈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਆਪਾਂ ਦੇਖ ਰਹੇ ਹਾਂ ਪਿਛਲੇ ਦਿਨਾਂ 'ਚ ਇੱਕ ਵੱਡਾ ਸਮਾਗਮ ਕਰ ਲਿਆ, ਉੱਥੋਂ ਵੀ ਨਾਰਾਜ਼ਗੀਆਂ ਪੈਦਾ ਹੋਈਆਂ। ਉਹਦੇ ਲਈ ਕੋਈ ਨਿਯਮ ਤੈਅ ਹੋ ਜਾਣ ਤੇ ਡਰਾਮੇ ਕਰਨ ਦੀ ਲੋੜ ਹੀ ਨਹੀਂ ਪੈਂਦੀ। ਜੇ ਉਹ ਸਾਰੇ ਕੋਈ ਰੂਲ ਬਣ ਜਾਣ, ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਸਾਰਾ ਕੰਮ ਚੱਲਦਾ ਜਾਵੇ, ਤੇ ਆਹ ਜਿਹੜਾ ਡਰਾਮੇਬਾਜ਼ੀ ਹੁੰਦੀ ਹੈ ਜੀ NRI ਆਏ ਉਹਨਾਂ ਦਾ ਸਨਮਾਨ ਕਰ ਰਹੇ ਆ, ਉਹਨਾਂ ਨੂੰ ਮਿਲ ਰਹੇ ਆ, ਤੇ ਇਹ ਮੇਰੇ ਖਿਆਲ ਨੌਬਤ ਹੀ ਨਹੀਂ ਆਵੇ। ਤੁਸੀਂ ਵੇਖ ਰਹੇ ਹੋ TV ਪੰਜਾਬੀ ਦੁਨੀਆ। ਪ੍ਰਾਈਮ ਟਾਈਮ ਸ਼ੋਅ ਦਾ ਹੋ ਗਿਆ ਜੀ ਸਮਾਂ, ਤੇ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ
ਸੇਵਾ 'ਚ ਹੋ ਗਏ ਹਾਜ਼ਰ। ਮੇਰੇ ਨਾਲ ਜੁੜ ਗਏ ਨੇ ਚੰਡੀਗੜ੍ਹ ਤੋਂ ਸੁਸ਼ੀਲ ਦਸਾਂਝ। ਉਹਨਾਂ ਨਾਲ ਅਸੀਂ ਕਰਦੇ ਹਾਂ ਕੁਝ ਖਬਰਾਂ ਦੇ ਉੱਤੇ ਚਰਚਾ। ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਦਾ ਤੇ ਦਸਾਂਝ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜੀ। ਆਇਆਂ ਜੀ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਹੈ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਦਸਾਂਝ ਸਾਹਿਬ, ਪੰਜਾਬ ਤੋਂ ਹੀ ਸ਼ੁਰੂ ਕਰਦੇ ਹਾਂ। ਇੱਕ ਕ੍ਰਾਈਸਿਸ ਪੰਜਾਬ ਗਵਰਨਮੈਂਟ ਦੇ ਅੱਗੇ ਬੜਾ ਵੱਡਾ ਸਾਹਮਣੇ ਆਇਆ ਸੀਗਾ। ਪਿਛਲੇ 2-3 ਦਿਨ ਤੋਂ ਚਰਚਾ ਚੱਲ ਰਹੀ ਸੀਗੀ ਕਿ ਬਿਊਰੋਕ੍ਰੇਸੀ ਦੇ ਨਾਲ ਜਿਹੜਾ ਸਿੱਧਾ ਟਕਰਾਅ ਆ, ਪਹਿਲਾਂ ਗਵਰਨਰ ਨਾਲ ਟਕਰਾ ਰਿਹਾ ਤੇ ਹੁਣ ਬਿਊਰੋਕ੍ਰੇਸੀ ਨਾਲ ਟਕਰਾ। ਤੇ ਲੱਗਦਾ ਸੀ ਕਿ ਪੰਜਾਬ ਸਰਕਾਰ ਕਿਤੇ ਇਹੋ ਜਿਹੇ ਫੈਸਲਾ ਨਾ ਲੈ ਲੇ ਜਿਹਦੇ ਨਾਲ ਜਿਹੜਾ ਥੋੜ੍ਹਾ ਬਹੁਤਾ ਅਕਸ ਬਚਦਾ ਆ ਉਹ ਵੀ ਜਿਹੜਾ ਉਹ ਧੁੰਦਲਾ ਪੈ ਜਾਵੇ। ਪਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਇੱਕ ਸਹੀ ਫੈਸਲਾ ਔਰ ਦਲੇਰਾਨਾ ਕਦਮ ਜਿਹੜਾ ਉਹ ਚੁੱਕਿਆ ਭਗਵੰਤ ਮਾਨ ਹਰਾ ਜਾਂ ਉਹਨਾਂ ਦੀ ਟੀਮ ਨੇ ਜਾਂ ਉਹਨਾਂ ਦੇ ਜਿਹੜੇ ਐਡਵਾਈਜ਼ਰ ਆ ਉਹਨਾਂ ਦੀ ਸਲਾਹ ਦੇ ਉੱਤੇ। ਤੁਸੀਂ ਇਹ ਸਭ ਕਾਸੇ ਨੂੰ ਕਿੱਦਾਂ ਵੇਖਦੇ ਹੋ ਕਿ ਕਿਸੇ ਤਰ੍ਹਾਂ ਦੀ ਬਲੈਕਮੇਲਿੰਗ ਅੱਗੇ ਨਾ ਝੁਕਣਾ ਜਾਂ ਫਿਰ ਉਹਨਾਂ ਦਾ ਕੋਈ ਅੰਦਰੂਨੀ ਸਮਝੌਤਾ ਜਾਂ ਕਿਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈ ਤੁਹਾਨੂੰ ਨਜ਼ਰ ਆ ਰਹੀ ਹੈ ਸਾਰੇ ਫੈਸਲੇ ਪਿੱਛੇ? ਦੇਖੋ, ਕੱਲ ਹੀ ਅਸੀਂ ਗੱਲ ਕਰ ਰਹੇ ਸੀ, ਤੁਸੀਂ ਵੀ ਇੱਕ ਗੱਲ ਕਹੀ ਸੀ ਕਿ ਬਿਊਰੋਕ੍ਰੇਸੀ ਜਿਹੜੀ ਹੈ ਇਹਨਾਂ ਦੀ ਕੋਈ ਬਹੁਤੀ ਰੀੜ੍ਹ ਦੀ ਹੱਡੀ ਨਹੀਂ ਹੁੰਦੀ। ਅਸੀਂ ਇਹ ਗੱਲ ਕੱਲ ਕਹੀ ਸੀ ਕਿ ਜਿਸ ਦਿਨ ਚੀਫ ਸੈਕਟਰੀ ਦੇ ਨਾਲ 80 ਦੇ ਕਰੀਬ IAS ਆਫੀਸਰ ਮਿਲੇ ਭਗਵੰਤ ਮਾਨ ਉਹਨਾਂ ਨੂੰ ਤੇ 50 ਜਾਣਿਆਂ ਨੇ ਜਦੋਂ ਅਸਤੀਫੇ ਦੀ ਧਮਕੀ ਦਿੱਤੀ, ਜੇ ਉਦੋਂ ਹੀ ਭਗਵੰਤ ਮਾਨ ਹੋਣੀ ਕਹਿ ਦਿੰਦੇ ਵੀ ਠੀਕ ਹੈ ਤੁਸੀਂ ਅਸਤੀਫਾ ਦੇਣਾ, ਠੀਕ ਹੈ ਦੇ ਦਿਓ ਭਾਈ, ਜਾਓ ਘਰਾਂ ਨੂੰ, ਬੈਠੋ ਘਰਾਂ ਨੂੰ, ਅਸੀਂ ਤਾਂ ਆਪਣਾ ਕੰਮ ਚਲਾਉਣਾ, ਤਾਂ ਸ਼ਾਇਦ ਇੱਕ ਦਿਨ ਲੇਟ ਨਾ ਹੁੰਦਾ, ਉਸੇ ਦਿਨ ਉਹਨਾਂ ਦੀ ਸਟ੍ਰਾਈਕ ਜਿਹੜੀ ਖਤਮ ਹੋ ਸਕਦੀ ਸੀ। ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਬਹੁਤ ਕੁਝ ਸੋਚਿਆ ਗਿਆ ਹੋਏਗਾ, ਵਿਚਾਰਿਆ ਗਿਆ ਹੋਏਗਾ। ਕੱਲ ਅਸੀਂ ਜਿੱਦਾਂ ਜ਼ਿਕਰ ਕਰ ਰਹੇ ਸੀ, ਆਪਣੀ ਲੀਡਰਸ਼ਿਪ ਤੋਂ ਅਰਵਿੰਦ ਕੇਜਰੀਵਾਲ ਹੋਰਾਂ ਤੋਂ ਵੀ ਸਲਾਹ ਮਸ਼ਵਰਾ ਕੋਈ ਨਾ ਕੋਈ ਮੰਗਿਆ ਗਿਆ ਹੋਏਗਾ ਤੇ ਫਿਰ ਆਖਿਰਕਾਰ ਉਹਨਾਂ ਨੇ ਇੱਕ ਨੋਟਿਸ ਜਾਰੀ ਕੀਤਾ ਕੱਲ। ਜਦੋਂ ਆਪਾਂ ਗੱਲ ਕਰ ਰਹੇ ਸੀ ਉਸ ਤੋਂ ਬਾਅਦ ਦੀਆਂ ਗੱਲਾਂ ਇਹ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਉਦੋਂ ਸਵੇਰਾ ਹੁੰਦਾ। ਇਸ ਵੇਲੇ ਵੀ ਭਾਰਤ ਦੇ ਵਿੱਚ ਸਵੇਰ ਦੇ 6:53 ਹੋਏ ਆ ਤੇ ਜਿੱਦਾਂ ਹੀ ਸਰਕਾਰੀ ਦਫ਼ਤਰ ਖੁੱਲੇ ਤੇ ਆਫੀਸਰਸ ਜਿਹੜੇ ਆਪਣੇ ਦਫ਼ਤਰਾਂ 'ਚ ਨਹੀਂ ਗਏ ਤਾਂ ਬਕਾਇਦਾ ਭਗਵੰਤ ਮਾਨ ਹੋਰਾਂ ਨੇ ਪਹਿਲਾਂ ਤੈਅ ਹੋਇਆ ਹੋਏਗਾ ਕਿ ਇਹ ਕੁਝ ਕਰਨਾ ਹੈ ਤੇ ਇੱਕ ਨੋਟਿਸ ਜਾਰੀ ਕਰ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਵੀ 2 ਵਜੇ ਤੱਕ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਜੁਆਇਨ ਕਰੋ, ਨਹੀਂ ਤਾਂ ਤੁਹਾਨੂੰ ਗੈਰ ਹਾਜ਼ਰ ਮੰਨਿਆ ਜਾਏਗਾ ਤੇ ਫਿਰ ਜਿਹੜੇ ਨਿਯਮ ਹੈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਤੇ ਸਸਪੈਂਡ ਕੀਤਾ ਜਾ ਸਕਦੇ ਹੋ ਤੁਸੀਂ। ਉਸ ਤੋਂ ਤੁਰੰਤ ਬਾਅਦ ਜਿਹੜੀ ਐਸੋਸੀਏਸ਼ਨ ਸੀਗੀ ਉਹਨਾਂ ਦੀ ਮੀਟਿੰਗ ਤੋਂ ਬਾਅਦ ਉਹਨਾਂ ਦੇ ਅਧਿਕਾਰੀਆਂ ਦਾ ਬਿਆਨ ਆ ਗਿਆ ਕਿ ਸਾਡੇ ਕੁਝ ਚਿਰਾਂ ਤੋਂ ਲਟਕਦੇ ਮਸਲੇ ਸੀਗੇ, ਜਿਨ੍ਹਾਂ ਮਸਲਿਆਂ ਬਾਰੇ ਅਸੀਂ ਲਗਾਤਾਰ ਸਰਕਾਰ ਦੇ ਨਾਲ ਗੱਲ ਕਰ ਰਹੇ ਸੀ ਤੇ ਮਸਲੇ ਹੱਲ ਨਹੀਂ ਸੀ ਹੋ ਰਹੇ। ਹੁਣ ਸਰਕਾਰ ਨੇ ਭਰੋਸਾ ਦੇ ਦਿੱਤਾ ਹੈ ਕਿ ਤੁਹਾਡੇ ਮਸਲੇ ਹੱਲ ਕੀਤੇ ਜਾਣਗੇ ਤੇ ਇਸ ਕਰਕੇ ਅਸੀਂ ਦਫ਼ਤਰ ਜੁਆਇਨ ਕਰ ਰਹੇ ਹਾਂ। ਦੂਜੀ ਗੱਲ ਉਹਨਾਂ ਨੇ ਕਹੀ ਕਿ ਅਸੀਂ ਸਟ੍ਰਾਈਕ ਤੇ ਨਹੀਂ ਸੀ, ਅਸੀਂ ਤਾਂ ਮਾਸ ਲੀਵ ਤੇ ਸੀਗੇ। ਸੋ ਆਖਿਰਕਾਰ ਮਸਲਾ ਜਿਹੜਾ, ਭਾਵੇਂ ਇਹਨੂੰ ਤੁਸੀਂ ਇਹ ਤਾਂ ਨਹੀਂ ਕਹਿੰਦੇ ਕਿ ਹੱਲ ਹੋ ਗਿਆ, ਹਾਲੇ ਇਹਦੇ ਤੇ ਬੜਾ ਕੁਝ ਹੋਰ ਹੋਣ ਵਾਲਾ ਹੈ, ਕਿਉਂਕਿ ਜਿਹੜੀਆਂ ਆਦਤਾਂ ਨੇ ਵਾਰਸ਼ਾਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੂਰੀਆਂ ਜੀ, ਉਹ ਜਿਹੜਾ ਰਿਸ਼ਵਤਖੋਰੀ ਵਾਲਾ ਮਾਮਲਾ ਆ ਉਹਨੂੰ ਇੰਨੀ ਛੇਤੀ ਹੱਲ ਨਹੀਂ ਕੀਤਾ ਜਾ ਸਕਦਾ। ਉਹਨੂੰ ਜੜੋਂ ਵੱਢਣ ਵਾਸਤੇ ਬਹੁਤ ਕੁਝ ਹੋਰ ਕਰਨ ਦੀ ਜ਼ਰੂਰਤ ਹੈ। ਅਸੀਂ ਕਈ ਵਾਰ ਇਹਦੇ ਤੇ ਚਰਚਾ ਕੀਤੀ ਹੈ ਵੀ ਕੇਵਲ ਬਿਆਨ ਜਾਰੀ ਕਰ ਦੇਣ ਦੇ ਨਾਲ ਜਾਂ 1-2 ਗ੍ਰਿਫਤਾਰੀਆਂ ਕਰ ਦੇਣ ਦੇ ਨਾਲ, 1-2 ਕੇਸ ਦਰਜ ਕਰ ਦੇਣ ਦੇ ਨਾਲ ਇਹ ਕਰਪਸ਼ਨ ਦਾ ਜਿਹੜਾ ਫਸਟਾ ਨਹੀਂ ਵੱਢਿਆ ਜਾਣਾ। ਇਸ ਸਿਸਟਮ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫੈਲ ਚੁੱਕਾ ਹੈ। ਕੈਂਸਰ ਤੋਂ ਵੀ ਜ਼ਿਆਦਾ ਕੋਈ ਭਿਆਨਕ ਰੋਗ ਜੇ ਹੋਵੇ, ਉਸ ਤਰ੍ਹਾਂ ਇਹ ਰੋਗ ਹੈ ਇਸ ਵੇਲੇ ਸਾਡੇ ਸਿਸਟਮ ਦੇ ਵਿੱਚ। ਇਸੇ ਕਰਕੇ ਤਕਲੀਫ ਹੁੰਦੀ ਹੈ ਉਹਨਾਂ ਲੋਕਾਂ ਨੂੰ ਜਦੋਂ ਕਿਤੇ ਕੋਈ ਕਾਰਵਾਈ ਹੁੰਦੀ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਿਹੜਾ ਸਾਡਾ ਜਨਮ ਸਿੱਧ ਅਧਿਕਾਰ ਹੈ ਉਹਦੇ ਤੇ ਸ਼ਾਇਦ ਡਾਕਾ ਹੈ। ਅਸਲ 'ਚ ਕਰਪਸ਼ਨ ਨੂੰ ਜਿਹੜੇ ਸਰਕਾਰੀ ਅਦਾਰਿਆਂ 'ਚ ਬੈਠੇ ਬਹੁਤੇ ਲੋਕ ਹੈ, ਸਾਰਿਆਂ ਨੂੰ ਅਸੀਂ ਕਦੀ ਵੀ ਨਹੀਂ ਕਹਿੰਦੇ, ਬਹੁਤ ਬੜੇ ਲੋਕ ਇਮਾਨਦਾਰ ਵੀ ਹੈ ਤੇ ਪਰ ਬਹੁਤੇ ਜਿਹੜੇ ਲੋਕ ਜਿਹੜੇ ਆ ਉਹ ਕਰਪਸ਼ਨ ਨੂੰ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਆ। ਤੇ ਹੁਣ ਜਦੋਂ ਇਹ ਇੱਕ ਕਾਰਵਾਈ ਹੋਈ, 2 ਕਾਰਵਾਈਆਂ ਹੋਈਆਂ ਤੇ ਉਹਨਾਂ ਨੂੰ ਤਕਲੀਫ ਇਸੇ ਗੱਲ ਦੀ ਸੀ, ਇਸੇ ਕਰਕੇ ਉਹ ਬਾਰ-ਬਾਰ ਬਲੈਕਮੇਲਿੰਗ ਦੀ ਪੋਲਿਟਿਕਸ ਤੇ ਆਉਂਦੇ ਰਹੇ ਆ। ਜੇ ਉਦੋਂ ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਸੀਗੇ, ਮਾਲ ਅਫਸਰ ਸੀਗੇ,
ਉਹਨਾਂ ਵੱਲੋਂ ਵੀ ਜੇ ਜੇ ਜਿਸ ਤਰ੍ਹਾਂ ਦੀਆਂ ਧਮਕੀਆਂ ਨੂੰ ਦਿੱਤੀਆਂ ਗਈਆਂ ਉਹ ਉਹਨਾਂ ਸਾਹਮਣੇ ਵੀ ਨਾ ਚੁੱਕਿਆ ਜਾਂਦਾ ਤਾਂ ਸ਼ਾਇਦ ਇਹ ਸਥਿਤੀ ਨਾ ਪੈਦਾ ਹੁੰਦੀ। ਹੁਣ ਵੀ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਵੀ ਹਾਂ ਵੀ ਭਗਵੰਤ ਮਾਨ ਹੋਰਾਂ ਨੇ ਇੱਕ ਬਹੁਤ ਦੇਰਾਨਾ ਫੈਸਲਾ ਲਿਆ, ਜਿਹਦੇ ਕਰਕੇ ਇੱਕ ਵੱਡਾ ਸੰਕਟ ਜਿਹੜਾ ਪੰਜਾਬ ਤੇ ਆ ਖੜਾ ਹੋਇਆ ਸੀ ਉਹ ਹਾਲ ਫਿਲਹਾਲ ਜਿਹੜਾ ਹੱਲ ਹੋ ਗਿਆ ਜੀ। ਅੱਛਾ ਦਸਾਂਝ ਸਾਹਿਬ, ਜ਼ਿਆਦਾ ਗੱਲ ਜਿਹੜੀ ਇੱਥੇ ਪੀਸੀਐਸ ਅਫਸਰਾਂ ਦੀ ਕੀਤੀ ਗਈ ਆ, ਖਬਰ ਤੇ ਇਹ ਵੀ ਸੀ ਕਿ ਐਕਸਾਈਜ਼ ਵਾਲੇ ਵੀ ਹੜਤਾਲ ਤੇ ਗਏ ਆ, ਉਹਨਾਂ ਦੀ ਸਪੋਰਟ ਦੇ ਵਿੱਚ ਰੈਵਨਿਊ ਡਿਪਾਰਟਮੈਂਟ ਵੀ ਆ ਗਿਆ ਤੇ ਕੁਝ ਇੱਕ ਹੋਰ ਜਿਹੜੇ ਮਿਡਲ ਕਲਾਸ ਦੀ ਜਿਹੜੀ ਅਫਸਰਸ਼ਾਹੀ ਆ ਜਾਂ ਲੋਅਰ ਮਿਡਲ ਕਲਾਸ ਦੀ ਅਫਸਰਸ਼ਾਹੀ ਆ, ਉਹਦੇ ਵੀ ਕਈ ਤਰ੍ਹਾਂ ਦੇ ਹੁਣ ਵੰਡਾਂ ਨੇ। ਆਈਐਸ ਜਿਹੜੇ ਵੱਡੇ ਅਫਸਰਸ਼ਾਹ ਨੇ ਉਹ ਤਾਂ ਖੈਰ ਹੈ ਹੀ ਨੇ, ਤੇ ਪੀਸੀਐਸ ਵਾਲਿਆਂ ਨੂੰ ਮਿਡਲ ਕਲਾਸ ਆ, ਉਹ ਤੋਂ ਵੀ ਲੋਅਰ ਮਿਡਲ ਕਲਾਸ ਜਿੱਦਾਂ ਡਾਕਟਰ ਇੰਜੀਨੀਅਰ ਜਿਹੜੇ ਗਜ਼ਟਡ ਆਫਿਸਰਸ ਆਉਂਦੇ ਆ, ਹਾਲਾਂਕਿ ਉਹ ਆਪਣੇ ਆਪ ਨੂੰ ਇਹਨਾਂ ਦੇ ਐਟ ਪਾਰ ਹੀ ਸਮਝਦੇ ਆ, ਪਰ ਜਿੱਦਾਂ ਦਾ ਰੁਤਬਾ ਸਮਾਜ ਦੇ ਵਿੱਚ ਹੈ ਉਹਦੇ ਵਿੱਚ ਰੈਵਨਿਊ ਵਾਲੇ ਅਫਸਰ, ਐਕਸਾਈਜ਼ ਮਹਿਕਮੇ ਦੇ ਅਫਸਰ ਵੀ ਕਿਹਾ ਜਾ ਰਿਹਾ ਸੀ ਕਿ ਇਹਦੀ ਸਪੋਰਟ ਦੇ ਉੱਤੇ ਹੜਤਾਲ ਤੇ ਗਏ ਹੋਏ ਨੇ, ਉਹਨਾਂ ਬਾਰੇ ਕੋਈ ਖਬਰ ਨਹੀਂ ਪੁਖਤਾ ਰੂਪ ਵਿੱਚ ਸਾਹਮਣੇ ਆਈ। ਦੇਖੋ ਉਹ ਖਬਰ ਵੀ ਨਾਲ ਹੀ ਜੁੜੀ ਹੋਈ ਆ, ਪਰ ਉਹ ਠੀਕ ਹੈ, ਬਹੁਤੀ ਖਬਰ ਜਿਹੜੀ ਬਾਹਰ ਨਹੀਂ ਨਿਕਲੀ, ਪਰ ਇਹ ਆ ਵੀ ਜਦੋਂ ਇਹ ਖਬਰ ਸਾਹਮਣੇ ਆ ਗਈ ਹੈ ਵੀ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਇੱਕ ਬਕਾਇਦਾ ਇੱਕ ਡਿਸੀਜਨ ਲੈ ਕੇ ਉਹ ਥੱਲੇ ਤੱਕ ਗੱਲ ਪਹੁੰਚਾਈ ਆ, ਉਹਦੇ ਨਾਲ ਬਾਕੀ ਜਿਹੜੇ ਅਦਾਰੇ ਆ ਉਹਨਾਂ 'ਚ ਵੀ ਇਹ ਗੱਲ ਆ ਗਈ ਆ ਕਿ ਨਹੀਂ, ਸਟ੍ਰਾਈਕ ਤੇ ਜਾਣਾ ਜਿਹੜਾ ਆ ਉਹ ਹੱਲ ਨਹੀਂ ਆ, ਸਾਡੇ ਤੇ ਵੀ ਕਾਰਵਾਈ ਹੋ ਸਕਦੀ ਹੈ। ਖਬਰ ਉਸ ਰੂਪ ਦੇ ਵਿੱਚ ਭਾਵੇਂ ਨਹੀਂ ਆ, ਪਰ ਸਟ੍ਰਾਈਕ ਕਿਤੇ ਨਹੀਂ ਆ ਹੁਣ ਜੋ ਸਾਡੀਆਂ ਜਾਣਕਾਰੀਆਂ, ਬਾਕੀ ਪਤਾ ਲੱਗ ਜਾਏਗਾ ਹੋਰ 2 ਘੰਟੇ ਤੱਕ ਜਦੋਂ ਦਫ਼ਤਰ ਖੁੱਲਣਗੇ। ਕੱਲ ਵੀ ਬਹੁਤੇ ਲੋਕ ਜਿਹੜੇ ਆ ਭਾਵੇਂ ਉਹਨਾਂ ਨੂੰ ਕਿਹਾ ਗਿਆ ਸੀ ਕਿ 2 ਵਜੇ ਤੱਕ ਤੁਸੀਂ ਜੁਆਇਨ ਕਰੋ, ਬਹੁਤੇ ਲੋਕ ਜੁਆਇਨ ਨਹੀਂ ਕਰ ਪਾਏ, ਪਰ ਉਹਨਾਂ ਨੇ ਬਕਾਇਦਾ ਉਹਨਾਂ ਦੀ ਐਸੋਸੀਏਸ਼ਨ ਨੇ ਬਿਆਨ ਜਾਰੀ ਕਰ ਦਿੱਤਾ ਕਿ ਅਸੀਂ ਸਟ੍ਰਾਈਕ ਤੇ ਨਹੀਂ ਹੈਗੇ, ਅਸੀਂ ਸਟ੍ਰਾਈਕ ਬਿਲਕੁਲ ਨਹੀਂ ਗਏ, ਅਸੀਂ ਇੱਕ ਮਾਸ ਲੀਵ ਤੇ ਸੀ, ਉਹ ਅਸੀਂ ਖਤਮ ਕਰਤੀ ਹੈ। ਅੱਜ ਦਫ਼ਤਰਾਂ ਦੇ ਵਿੱਚ ਹਾਜ਼ਰੀ ਕਿਸ ਰੂਪ ਦੇ ਵਿੱਚ ਰਹਿੰਦੀ ਹੈ, ਕਿਹੜੇ ਅਦਾਰੇ 'ਚ ਕਿਸ ਤਰ੍ਹਾਂ ਦੀ ਸਥਿਤੀ ਰਹਿੰਦੀ ਹੈ, ਉਹਦੇ ਤੋਂ ਬਹੁਤੀ ਗੱਲ ਸਪਸ਼ਟ ਹੋਏਗੀ, ਪਰ ਸਰਕਾਰ ਵੱਲੋਂ ਵੀ ਤੇ ਬਾਕੀ ਪਾਸੋਂ ਵੀ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਆਈ ਕਿ ਉਹਨਾਂ ਨੇ ਵੀ ਨਾਲ ਦੀ ਨਾਲ ਕੋਈ ਐਲਾਨੀਆ ਕਹਿ ਦਿੱਤਾ ਹੋਵੇ ਕਿ ਸਾਡੀ ਕੋਈ ਸਟ੍ਰਾਈਕ ਨਹੀਂ ਹੈ। ਪਰ ਇਹ ਵੀ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਜਿਹੜਾ ਪੀਸੀਐਸ ਅਫਸਰਾਂ ਦੀ ਸਟ੍ਰਾਈਕ ਖਤਮ ਕਰਨ ਦੀ ਗੱਲ ਜਾਂ ਹੋਰ ਉਹਦੇ ਨਾਲ ਹੀ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ, ਥੋੜੇ ਦੇਰ ਤੱਕ 3 ਘੰਟੇ ਤੱਕ ਸਾਰੀਆਂ ਚੀਜ਼ਾਂ ਬਿਲਕੁਲ ਸਪਸ਼ਟ ਹੋ ਜਾਣਗੀਆਂ ਜੀ। ਦਸਾਂਝ ਸਾਹਿਬ, ਜਿੱਦਾਂ ਤੁਸੀਂ ਦੱਸਿਆ ਹੈ ਕਿ ਅਜੇ ਇਸ ਐਪੀਸੋਡ ਨੂੰ ਅਸੀਂ ਪੂਰੀ ਤਰ੍ਹਾਂ ਫਿਨਿਸ਼ ਹੋਇਆ ਨਹੀਂ ਮੰਨ ਸਕਦੇ, ਅਜੇ ਜਿਵੇਂ ਆਪਾਂ ਪਹਿਲਾਂ ਖਬਰਾਂ ਚੱਲੀਆਂ ਸੀਗੀਆਂ ਕਿ ਉਹਨਾਂ ਦੀ ਐਸੋਸੀਏਸ਼ਨ ਨੇ ਕੋਰਟ ਵਿੱਚ ਜਾਣ ਦਾ ਵੀ ਫੈਸਲਾ ਕਰ ਲਿਆ ਤੇ ਕੁਝ 10-10 ਹਜ਼ਾਰ ਰੁਪਇਆ ਪਰ ਅਫਸਰ ਇਕੱਠਾ ਵੀ ਕਰ ਲਿਆ ਸੀਗਾ, ਤੇ ਜਿਹੜੀ 17 ਇਹ ਕੋਈ ਧਾਰਾ ਆ ਜਿਹਦੇ ਵਿੱਚ ਉਹ ਕਲੇਮ ਕਰਦੇ ਆ ਕਿ ਸਾਡੇ ਤੇ ਪਰਮਿਸ਼ਨ ਲਿਆ ਤੋਂ ਬਗੈਰ ਕਿਸੇ ਤਰ੍ਹਾਂ ਦਾ ਕੋਈ ਮੁਕੱਦਮਾ ਦਰਜ ਨਹੀਂ ਹੋ ਸਕਦਾ, ਉਹਦੇ ਬਾਰੇ ਵੀ ਬਹੁਤ ਸਾਰੀਆਂ ਚਰਚਾਵਾਂ ਹੋਣੀਆਂ ਸ਼ੁਰੂ ਹੋ ਗਈਆਂ। ਬਹੁਤ ਸਾਰੇ ਜਿਹੜੇ ਕਾਨੂੰਨ ਨੂੰ ਜਾਣਦੇ ਲੋਕ ਨੇ ਉਹ ਕਹਿੰਦੇ ਨੇ ਕਿ ਉਹਦੇ ਵਿੱਚ ਸਪਸ਼ਟ ਹੈ ਕਿ ਕਈ ਨਹੀਂ, ਬਹੁਤਾਤ ਕੇਸਾਂ ਦੇ ਵਿੱਚ ਇਸ ਤਰ੍ਹਾਂ ਕਰਨ ਦੀ ਲੋੜ ਨਹੀਂ ਹੈ। ਜਦੋਂ ਇਹ ਪਤਾ ਹੋਵੇ ਕਿ ਕੋਈ ਫੋਰਜਰੀ ਹੋ ਰਹੀ ਆ, ਕੋਈ ਬੰਦਾ ਨੋਇੰਗਲੀ ਰਿਸ਼ਵਤ ਵਾਲਾ ਕੰਮ ਰੰਗੇ ਹੱਥੀਂ ਫੜਿਆ ਜਾਂਦਾ ਆ, ਜਾਂ ਜਿਸ ਤਰੀਕੇ ਦੇ ਕਾਂਡ ਆਪਾਂ ਪਿਛਲੇ ਦਿਨਾਂ ਸੁਣ ਰਹੇ ਕਿ ਫਾਈਲਾਂ ਹੀ ਗਵਾ ਦਿੱਤੀਆਂ ਜਾਂਦੀਆਂ ਜਾਂ ਫਾਈਲਾਂ 'ਚੋਂ ਵਰਕੇ ਪਾੜ ਦਿੱਤੇ ਜਾਂਦੇ ਆ, ਨੋਟਿੰਗ ਗਾਇਬ ਹੋ ਜਾਂਦੀਆਂ ਨੇ, ਇਹਨਾਂ ਇਹੋ ਜਿਹੇ ਕੇਸਾਂ ਦੇ ਵਿੱਚ ਪਰਮਿਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਆ। ਤੇ ਖਾਸ ਕਰਕੇ ਇੱਕ ਹੋਰ ਹਵਾਲਾ ਦਿੱਤਾ ਜਾ ਰਿਹਾ ਕਿ ਇਸ ਤਰ੍ਹਾਂ ਦੀ ਨੌਬਤ ਹਰਿਆਣੇ 'ਚ ਵੀ ਆਈ ਹੈ ਪਿਛਲੇ ਸਾਲ। ਹਰਿਆਣੇ ਦੇ ਜਿਹੜੇ ਸੀਗੇ ਆਪਣੇ ਮੰਤਰੀ, ਸ਼ਾਇਦ ਲੀਗਲ ਜਿਹੜੇ ਦੇਖਦੇ ਆ, ਜਾਂ ਉਹਨਾਂ ਨੇ ਜਾਂ ਗਵਰਨਰ ਸਾਹਿਬ ਨੇ ਕਲੀਅਰਲੀ ਇਹਦੇ ਉੱਤੇ ਚੀਫ ਸੈਕਟਰੀ ਹਰਿਆਣਾ ਦੇ ਮੈਂ ਗਲਤ ਕਹਿ ਰਿਹਾ ਸੀ, ਉਹਨਾਂ ਨੇ ਮੁੱਖ ਮੰਤਰੀ ਹਰਿਆਣਾ ਨੂੰ ਡਿਟੇਲ ਵਿੱਚ ਸਾਰਾ ਕੁਝ ਲਿਖ ਕੇ ਦਿੱਤਾ ਹੋਇਆ, ਜਿਹੜੀ ਉਮੀਦ ਕਹੀ ਜਾਂਦੀ ਸੀ ਕਿ ਸਾਡੇ ਜੰਜੂਆ ਸਾਹਿਬ ਵੀ ਦੇਣਗੇ। ਜੰਜੂਆ ਸਾਹਿਬ ਦਾ ਸਮਾਂ ਬਹੁਤ ਥੋੜਾ ਰਹਿ ਗਿਆ, ਤੇ ਆਮ ਤੌਰ ਤੇ ਸਾਡੀਆਂ ਧਾਰਨਾਵਾਂ ਬਣੀਆਂ ਹੁੰਦੀਆਂ ਕਿ ਜਾਂਦੇ ਜਾਂਦੇ ਹਰ ਵਿਅਕਤੀ ਚਾਹੁੰਦਾ ਹੈ ਕਿ ਮੇਰਾ ਇਤਿਹਾਸ 'ਚ ਨਾਂ ਲਿਖਿਆ ਜਾਵੇ, ਤੇ ਕੁਝ ਲੋਕ ਇਹ ਮਹਿਸੂਸ ਕਰਦੇ ਆ ਕਿ ਚੀਫ ਸੈਕਟਰੀ ਜੰਜੂਆ ਸਾਹਿਬ ਜਿਹੜੇ ਆ ਉਹ ਇੱਥੇ ਸਖਤ ਸਟੈਂਡ ਲੈਣਗੇ। ਕੱਲ ਉਹਨਾਂ ਨੇ ਪਲੰਦਾ ਸਬਮਿਟ ਕਰਨਾ ਸੀਗਾ, ਕੱਲ ਤੱਕ ਦਾ ਉਹਨਾਂ ਕੋਲ ਟਾਈਮ ਸੀ, ਉਹ ਕਹਿੰਦੇ ਉਹਨਾਂ ਨੇ ਬਣਾਤਾ ਸਾਰਾ ਕੁਝ, ਉਹ ਵੀ ਅਜੇ ਸਾਹਮਣੇ ਨਹੀਂ ਆਇਆ, ਸਾਡੇ ਕੋਲ ਘੱਟੋ ਘੱਟ ਨਹੀਂ ਆਇਆ। ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੋਵੇ ਤਾਂ ਦੱਸ ਸਕਦੇ ਹੋ ਕਿ ਉਹਨਾਂ ਕੀ ਡਿਟੇਲ ਦਿੱਤੀਆਂ ਨੇ ਤੇ ਕਿਸ ਤਰੀਕੇ ਨਾਲ, ਮਤਲਬ ਚੀਫ ਸੈਕਟਰੀ ਇਹ ਸਾਰੇ ਕੰਮ ਨੂੰ ਕਿਸ ਤਰ੍ਹਾਂ ਲੈ ਰਹੇ। ਉਹਨੇ ਪਲੰਦਾ ਹਾਲੇ ਉਹਨਾਂ ਨੂੰ ਪਤਾ ਨਹੀਂ ਦਿੱਤਾ ਜਾਂ ਨਹੀਂ ਦਿੱਤਾ, ਕਿਉਂਕਿ ਖਬਰ ਤਾਂ ਕਿਤੇ ਹੈ ਨਹੀਂ। ਪਰ ਇਹ ਗੱਲ ਤੁਹਾਡੀ ਠੀਕ ਹੈ ਕਿ ਜਦੋਂ ਕਿਸੇ ਦਾ ਸਮਾਂ ਥੋੜਾ ਰਹਿ ਜਾਂਦਾ ਤੇ ਉਹ ਇਹੀ ਸਮਝਦਾ ਕਿ ਸਾਰੀ ਉਮਰ ਕੱਢ ਲਈ ਆ, ਹੁਣ ਜਾਂਦੇ ਜਾਂਦੇ ਕੋਈ ਕਿਸੇ ਕਿਸਮ ਦਾ ਕੋਈ ਦਾਗ ਦਾਮਨ ਤੇ ਨਾ ਰਵੇ।
ਜਾਂ ਨਾ ਲੱਗੇ। ਇਸ ਕਰਕੇ ਜੋ ਖਬਰ ਆ ਰਹੀ ਸੀ ਵੀ ਚੀਫ ਸੈਕਟਰੀ ਨੇ ਵੀ ਇੱਕ ਵੱਖਰਾ ਲੈਟਰ ਕੱਢਿਆ ਵੀ ਜਦੋਂ ਮੁੱਖ ਮੰਤਰੀ ਨੇ ਲੈਟਰ ਕੱਢਿਆ ਤੇ ਚੀਫ ਸੈਕਟਰੀ ਨੇ ਵੀ ਇੱਕ ਵੱਖਰਾ ਲੈਟਰ, ਉਹਦੇ 'ਚ ਕੁਝ ਹਦਾਇਤਾਂ ਸੀਗੀਆਂ ਤੇ ਉਹਨਾਂ ਨੇ ਕਿਹਾ ਕਿ ਨਹੀਂ, ਸਰਕਾਰ ਦੇ ਨਾਲ ਜਿਹੜਾ ਤਾਲਮੇਲ ਬਿਹਤਰ ਤਰੀਕੇ ਦੇ ਨਾਲ ਰੱਖ ਕੇ ਜਿਹੜਾ ਸਰਕਾਰ ਦਾ ਕੰਮਕਾਜ ਜਿਹੜਾ ਉਹ ਚਲਾਇਆ ਜਾਏਗਾ, ਉਹਦੇ 'ਚ ਕਿਸੇ ਕਿਸਮ ਦੀ ਕੋਈ ਹਰਡਲ ਨਹੀਂ ਆਏਗੀ। ਪਰ ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ, ਆਉਣ ਵਾਲਾ ਸਮਾਂ ਜਿਹੜਾ ਆ ਉਹਦੇ 'ਚ ਅਸੀਂ ਕੱਲ ਵੀ ਕਿਹਾ ਸੀ ਕਿ ਕਿਉਂਕਿ ਬੜੀ ਛੇਤੀ ਜਿਹੜੇ ਆ ਇਹ ਜਿਹੜੀਆਂ ਐਸੋਸੀਏਸ਼ਨਸ ਹੁੰਦੀਆਂ ਉਹ ਫਿਰ ਕੁਛ ਹੋਰ ਢੰਗ ਨਾਲ ਸੋਚਦੀਆਂ, ਇੱਕ ਸਟੈਪ ਪਿੱਛੇ 2 ਸਟੈਪ ਅੱਗੇ ਵਾਲੀ ਨੀਤੀ ਵੀ ਹੋ ਸਕਦੀ ਆ। ਕੱਲ ਨੂੰ ਪਰਸੋਂ ਨੂੰ ਆਉਂਦੇ ਦਿਨਾਂ ਦੇ ਵਿੱਚ ਜੇ ਤਾਂ ਤਾਲਮੇਲ ਬਿਹਤਰ ਬਣ ਜਾਂਦਾ, ਜਿੱਦਾਂ ਸ਼ੁਰੂ ਦੇ ਵਿੱਚ ਤੁਸੀਂ ਕਿਹਾ ਵੀ ਕੇਵਲ ਜਿਹੜੀ ਚਿੱਠੀ ਹੈ ਭਗਵੰਤ ਮਾਨ ਹੋਰਾਂ ਦੀ, ਉਹ ਚਿੱਠੀ ਜਾਂ ਉਹ ਦਬਕਾ ਜਿਹੜਾ ਹੈ ਉਹਦੇ ਤੋਂ ਡਰ ਕੇ ਹੀ ਉਹਨਾਂ ਨੇ ਦਫ਼ਤਰ ਜੁਆਇਨ ਕਰਨ ਦੀ ਗੱਲ ਕਰ ਲਈ ਹੈ, ਜਾਂ ਕੋਈ ਅੰਦਰ ਖਾਤੇ ਜਿਹੜੀ ਹੈ ਕੋਈ ਹੋਰ ਅੰਡਰਸਟੈਂਡਿੰਗ ਹੋਈ ਹੈ। ਜੇ ਤਾਂ ਅੰਡਰਸਟੈਂਡਿੰਗ ਕੋਈ ਹੋਈ ਤਾਂ ਗੱਲ ਹੋ ਰਿਹਾ, ਜੇ ਅੰਡਰਸਟੈਂਡਿੰਗ ਨਹੀਂ ਬਣੀ ਹੋਈ ਤਾਂ ਆਉਂਦੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਕੁਝ ਮਾਮਲਿਆਂ 'ਚ ਇਹ ਐਸੋਸੀਏਸ਼ਨ ਜਿਹੜੀ ਹੈ ਉਹ ਅਦਾਲਤਾਂ ਵਿੱਚ ਵੀ ਜਾ ਸਕਦੀ ਹੈ ਕੁਝ ਮਸਲਿਆਂ ਦੇ ਉੱਤੇ। ਪਰ ਜਿਹੜੇ ਲੋਕ ਗ੍ਰਿਫਤਾਰ ਹੋ ਗਏ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ, ਜਿਨ੍ਹਾਂ ਤੇ ਕੇਸ ਦਰਜ ਹੋ ਗਿਆ ਉਹ ਕੋਈ ਵੀ ਕੇਸ ਜਿਹੜਾ ਵਾਪਸ ਲੈਣ ਦੀ ਗੱਲ ਕਿਤੇ ਵੀ ਸਾਡੇ ਸਾਹਮਣੇ ਨਹੀਂ ਹੈ। ਸੋ ਜੇ ਇਸ ਕਿਸਮ ਦੇ ਐਕਸ਼ਨ ਜਿਹੜੇ ਹੋਏ ਆ ਉਹ ਉਵੇਂ ਰਹਿਣਗੇ ਤੇ ਇਹ ਹੁਣ ਆਫੀਸਰਸ ਦੀ ਐਸੋਸੀਏਸ਼ਨ ਜਿਹੜੀ ਹੈ ਉਹ ਕੀ ਸਟੈਂਡ ਆਉਣ ਵਾਲੇ ਦਿਨਾਂ 'ਚ ਲੈਂਦੀ ਹੈ, ਤਾਲਮੇਲ ਕਿੱਦਾਂ ਦਾ ਰਹਿੰਦਾ ਹੈ। ਅਸੀਂ ਪਹਿਲੇ ਦਿਨ ਤੋਂ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਵੀ ਇਹ ਸਰਕਾਰ ਜਿਹੜੀ ਹੈ ਇਹਨੇ ਜੇ ਕੰਮਕਾਰ ਚਲਾਉਣਾ, ਥੱਲੇ ਤੱਕ ਆਪਣਾ ਕੰਮਕਾਰ ਸਹੀ ਰੱਖਣਾ ਹੈ ਤਾਂ ਇਹਨਾਂ ਨੂੰ ਜਿਹੜੀ ਇਹ ਬਿਊਰੋਕ੍ਰੇਸੀ ਉਹਦੇ ਨਾਲ ਬਿਹਤਰ ਤਾਲਮੇਲ ਬਣਾਉਣਾ ਪਏਗਾ। ਉਹਨਾਂ ਨੂੰ ਕਿਤੇ ਨਾ ਕਿਤੇ ਸਹੀ ਥਾਂ ਦੇ ਉੱਤੇ ਲੈ ਕੇ ਆਉਣਾ ਪਏਗਾ। ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਦੌਰਾਨ ਜੋ ਕੁਝ ਹੋਇਆ ਉਹਦੇ 'ਚ ਬਹੁਤ ਸੀਰੀਅਸ ਜਿਹੜੇ ਮਾਮਲੇ ਆ ਉਹਨਾਂ ਦੀ ਤਾਂ ਪੁਣਛਾਣ ਹੋਣੀ ਹੈ। ਕੁਝ ਏਦਾਂ ਵੀ ਹੁੰਦਾ ਹੈ ਕਿ ਹਾਂ ਵੀ ਤੁਸੀਂ ਜਿੱਦਾਂ ਅਸੀਂ ਇੱਕ ਦਿਨ ਜ਼ਿਕਰ ਕਰ ਰਹੇ ਸੀ ਵੀ ਇਹ ਜਿਹੜੀ ਲੌਬੀ ਹੈ ਇਹਦੇ 'ਚ ਬਕਾਇਦਾ ਧੜੇ ਬਣੇ ਹੋਏ ਆ। ਜਦੋਂ ਸਰਕਾਰ ਬਦਲ ਜਾਂਦੀ ਰਹੀ ਹੈ, ਮੰਨ ਲਓ ਜੇ ਕਾਂਗਰਸ ਦੀ ਸਰਕਾਰ ਆ ਗਈ, ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਤੋਂ ਬਾਅਦ ਤੇ ਜਿਹੜਾ ਬਦਲੀਆਂ ਦਾ ਅਸੀਂ ਦੌਰਾ ਦੇਖਦੇ ਹਾਂ ਉਹ ਇਸੇ ਕਰਕੇ ਹੁੰਦਾ ਹੈ ਕਿ ਆਪਣੇ ਪਸੰਦ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਆਪਣੀ ਪਸੰਦ ਦੀਆਂ ਜਗ੍ਹਾ ਤੇ ਭੇਜਿਆ ਜਾਂਦਾ ਹੈ। ਤੇ ਪਿਛਲੀ ਸਰਕਾਰ ਜਿਹੜੇ ਹੁੰਦੇ ਆ, ਜਿਹੜੇ ਵੱਖ-ਵੱਖ ਅਦਾਰਿਆਂ ਦੇ ਵਿੱਚ ਆਫੀਸਰਸ ਜਿਹੜੇ ਵੱਖ-ਵੱਖ ਥਾਵਾਂ ਤੇ ਹੁੰਦੇ ਆ, ਚਾਹੇ ਪੁਲਿਸ ਦੇ ਤਬਾਦਲੇ ਹੋਣ, ਚਾਹੇ ਜਿਹੜੀ ਸਿਵਲ ਦੇ ਤਬਾਦਲੇ ਹੋਣ, ਉਹ ਇਸ ਢੰਗ ਨਾਲੇ ਹੁੰਦੇ ਆ ਕਿ ਨਵੀਂ ਸਰਕਾਰ ਆਉਂਦੀ ਹੈ ਤੇ ਤਬਾਦਲਿਆਂ ਦਾ ਇੱਕ ਪੂਰੇ ਦਾ ਪੂਰਾ ਜਿਹੜਾ ਦੌਰ ਚੱਲਦਾ ਹੈ। ਤੇ ਜਦੋਂ ਕਾਂਗਰਸੀ ਆਉਂਦੇ ਸੀ ਉਹ ਅਕਾਲੀਆਂ ਵੇਲੇ ਜਿਹੜੇ ਅਫਸਰ ਜਿਹੜੀ ਜਿੱਥੇ ਸੀ ਉੱਥੋਂ ਹਟਾ ਕੇ ਕਿਤੇ ਹੋਰ ਉਹਨਾਂ ਨੂੰ ਭੇਜ ਦਿੰਦੇ ਸੀ। ਆਪਣੀ ਲੌਬੀ ਜਿਹੜੀ ਹੈ, ਆਪਣੀ ਸਮਰਥਕ ਜਿਹੜੀ ਲੌਬੀ ਆ ਉਹਨਾਂ ਨੂੰ ਆਪਣੀ ਮਰਜ਼ੀ ਦੀਆਂ ਥਾਵਾਂ ਤੇ ਭੇਜਦੇ ਸੀ। ਤੇ ਜਦੋਂ ਫਿਰ ਕਾਂਗਰਸ ਤੋਂ ਬਾਅਦ ਅਕਾਲੀ ਬੀਜੇਪੀ ਵਾਲੇ ਦੇ ਸੀ ਉਹ ਕਰਦੇ ਸੀ, ਜਾਣੀ ਧੜੇ ਬਣੇ ਹੋਏ ਆ। ਅਸੀਂ ਇਹ ਕਹਿ ਰਹੇ ਸੀ ਕਿ ਇਹਨਾਂ ਤੋਂ ਬਿਨਾਂ ਵੀ ਇੱਕ ਇਮਾਨਦਾਰ ਸੈਕਸ਼ਨ ਹੈ ਇਸ ਲੌਬੀ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਹ ਸੈਕਸ਼ਨ ਨੂੰ ਜਿਹੜਾ ਫੜਨਾ ਚਾਹੀਦਾ। ਇਹ ਨਹੀਂ ਕਿ ਅਸੀਂ ਕਹਿੰਦੇ ਉਹ ਆਪਣੀ ਲੌਬੀ ਬਣਾ ਲੈਣ, ਪਰ ਓਨੈਸਟ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਤੇ ਫਿਰ ਹੌਲੀ ਜਿਹੜਾ ਆ ਇਹ ਮਸਲਾ ਹੱਲ ਹੋ ਸਕਦਾ। ਇਮੀਡੀਏਟ ਓਵਰਨਾਈਟ ਕਦੇ ਕੋਈ ਮਸਲਾ ਹੱਲ ਹੋਇਆ ਨਹੀਂ, ਦਿੱਕਤਾਂ ਹੈਗੀਆਂ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਹਰਡਲਸ ਜਿਹੜੀਆਂ ਆਉਣਗੀਆਂ। ਦਸਾਂਝ ਸਾਹਿਬ, ਜਿਹੜੀ ਖਾਸ ਕਰਕੇ ਕਾਂਗਰਸ ਦੀ ਪਿਛਲੀ ਸਰਕਾਰ ਜਿਹੜੀ ਰੁਖਸਤ ਹੋਈ ਆ ਉਹਦੇ ਸਮੇਂ ਦੇ ਦੌਰਾਨ ਕਿਹਾ ਜਾਂਦਾ ਕਿ ਅਫਸਰਸ਼ਾਹੀ ਨੇ ਪੂਰੀਆਂ ਖੁੱਲ੍ਹਾਂ ਮਾਣੀਆਂ ਤੇ ਲਗਾਤਾਰ ਇਹ ਵੀ ਆਪਾਂ ਸੁਣਦੇ ਰਹੇ ਆ ਕੁਝ ਪੱਤਰਕਾਰ ਭਾਈਚਾਰੇ ਵੱਲੋਂ ਕਿ ਕੰਮ ਸਾਰੇ ਜਿਹੜੇ ਆ ਉਹ ਅਕਾਲੀ ਦਲ ਦੇ ਹੁੰਦੇ ਆ। ਈਵਨ ਕਾਂਗਰਸ ਦੇ ਵਰਕਰ ਵੀ ਇਸ ਗੱਲ ਤੋਂ ਦੁਖੀ ਸੀਗੇ, ਕਾਂਗਰਸ ਦੇ ਐਮਐਲਏ ਵੀ ਦੁਖੀ ਸੀਗੇ ਕਿ ਸਾਡੀ ਅਫਸਰਸ਼ਾਹੀ ਸੁਣਦੀ ਨਹੀਂ। ਤੇ ਕਿਤੇ ਨਾ ਕਿਤੇ ਇਦਾਂ ਲੱਗ ਰਿਹਾ ਸੀ ਕਿ ਅਕਾਲੀ ਦਲ ਦੇ ਵੇਲੇ ਦੇ ਜਿਹੜੇ ਅਫਸਰ ਲੱਗੇ ਹੋਏ ਸੀ ਉਹਨਾਂ ਨੂੰ ਹੀ ਅੱਗੇ ਐਕਸਟੈਂਡ ਕੀਤਾ ਗਿਆ। ਜਿਵੇਂ ਤੁਸੀਂ ਕਿਹਾ ਕਿ ਆਪਣੇ ਚਹੇਤੇ ਅਫਸਰ ਹੁੰਦੇ ਆ ਤੇ ਇੱਕ ਕਿਸਮ ਦੀ ਬਿਊਰੋਕ੍ਰੇਸੀ ਵਿੱਚ ਵੀ ਡਿਵੀਜ਼ਨ ਆ, ਇੱਕ ਕਿਸਮ ਦੀ ਸਿਆਸਤ ਹੀ ਕਹਿ ਸਕਦੇ ਹਾਂ ਆਪਾਂ ਕਿ ਕੁਝ ਇੱਕ ਕਾਂਗਰਸ ਨਾਲ ਠੀਕ ਹੁੰਦੇ, ਕੁਝ ਅਕਾਲੀਆਂ ਨਾਲ ਠੀਕ ਹੁੰਦੇ ਆ ਤੇ ਅਦਲਾ ਬਦਲੀ ਇਦਾਂ ਹੀ ਚੱਲਦੀ ਰਹੀ। ਤੇ ਜਿਹਨੂੰ ਇਹ ਸ਼ਬਦ ਵਰਤਦੇ ਹੁੰਦੇ ਆ ਕਿ ਜਿਹੜੇ ਫੀਲਡ ਵਿੱਚ ਲਾਏ ਜਾਂਦੇ ਡੀਸੀ ਵਗੈਰਾ ਅਫਸਰ ਆ ਉਹ ਆਪਣੇ ਮਨਪਸੰਦ ਦੇ ਹੁੰਦੇ ਆ ਤੇ ਦੂਜਿਆਂ ਨੂੰ ਸ਼ਬਦ ਵਰਤਿਆ ਜਾਂਦਾ ਖੁੱਡੇ ਲੈਣ ਲਾਤਾ। ਜਿੱਦਾਂ ਸਾਡੇ ਇੰਜੀਨੀਅਰਿੰਗ ਡਿਪਾਰਟਮੈਂਟ 'ਚ ਜੇ ਕੋਈ ਬੰਦਾ ਡਿਜ਼ਾਈਨ 'ਚ ਲੱਗ ਜਾਵੇ ਤਾਂ ਉਹਨੂੰ ਕਹਿੰਦੇ ਆ ਕਿ ਉਹਨੂੰ ਸਜ਼ਾ ਹੋਊਗੀ। ਹਾਲਾਂਕਿ ਇੰਜੀਨੀਅਰਿੰਗ 'ਚ ਡਿਜ਼ਾਈਨ ਕਰਨਾ ਜਿਹੜਾ ਉਹ ਮੁੱਖ ਬੇਸ ਹੁੰਦਾ ਇੰਜੀਨੀਅਰਿੰਗ ਦਾ। ਤੇ ਸਾਡੇ ਵੀ ਜਿਹੜੇ ਅਫਸਰ ਆ ਉਹ ਜਗ੍ਹਾ ਭਾਲਦੇ ਨੇ, ਖਾਸ ਕਰਕੇ ਇਰੀਗੇਸ਼ਨ ਦੇ, ਜਿੱਥੇ ਫਲੱਡ ਆਉਂਦੇ ਨੇ, ਜਿੱਥੇ ਡੰਕੇ ਲੱਗਦੇ ਨੇ, ਜਿੱਥੇ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਉੱਥੇ ਲੱਗਣ ਦੇ ਲਗਾਤਾਰ ਪੈਸੇ ਦਿੱਤੇ ਜਾਂਦੇ ਰਹੇ ਆ। ਤੇ ਇਸੇ ਤਰ੍ਹਾਂ ਹੀ IAS ਲੌਬੀ 'ਚ ਆ ਕਿ ਜਿਹੜੇ ਖੁੱਡੇ ਲਾਈਨ ਲੱਗੇ ਹੁੰਦੇ ਆ, ਜਦੋਂ ਅਗਲੀ ਸਰਕਾਰ ਆਉਂਦੀ ਉਹ ਚੰਗੀਆਂ ਪੋਸਟਾਂ 'ਤੇ ਆ ਜਾਂਦੇ ਸੀ।
ਤੇ ਇੱਕ ਸੈਕਸ਼ਨ ਇਹੋ ਜਿਹਾ ਵੀ ਹੈ ਜਿਹੜਾ ਦੋਵਾਂ ਧਿਰਾਂ ਨਾਲ ਮਿਲ ਕੇ ਨਹੀਂ ਚੱਲਦਾ ਰਿਹਾ, ਕਿਤੇ ਨਾ ਕਿਤੇ ਓਨੈਸਟ ਵੀ ਆ। ਤੇ ਸ਼ੁਰੂਆਤੀ ਦੌਰ 'ਚ ਲੱਗਿਆ ਵੀ ਇਦਾਂ ਹੀ ਸੀਗਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ 'ਚੋਂ ਕੋਈ ਚੁਣ ਕੇ ਬੰਦਿਆਂ ਨੂੰ ਅੱਗੇ ਲਿਆਉਣ ਦੀ ਯਤਨ ਕਰ ਰਹੀ ਆ। ਇਦਾਂ ਦੀਆਂ ਖਬਰਾਂ ਵੀ ਨਸ਼ਰ ਹੁੰਦੀਆਂ ਰਹੀਆਂ। ਬਾਅਦ ਵਿੱਚ ਕੀ ਰਲਾ ਗਬਲਾ ਹੋਇਆ, ਚੇਂਜ ਹੋਈਆਂ ਇੱਧਰੋਂ ਉੱਧਰ, ਜਿੱਦਾਂ ਬਾਰ-ਬਾਰ ਕੋਈ ਕਦੀ ਡੀਜੀਪੀ ਬਦਲੇ ਗਏ, ਕਦੀ ਉਹ ਜਿਹੜੇ ਲੀਗਲ ਹੁੰਦੇ ਆ ਉਹ ਬਦਲੇ ਗਏ, ਤੇ ਉਹਦੇ ਵਿੱਚ ਕਾਫੀ ਉਥਲ ਪੁਥਲ ਹੋਈ। ਉਸ ਤੋਂ ਬਾਅਦ ਮੈਨੂੰ ਪਤਾ ਨਹੀਂ, ਪਰ ਆਮ ਤੌਰ ਤੇ ਇਹ ਸੰਕੇਤ ਪਹਿਲਾਂ ਇਹੀ ਗਏ ਸੀਗੇ ਕਿ ਆਮ ਆਦਮੀ ਪਾਰਟੀ ਵਾਲੇ ਉਹਨਾਂ ਅਫਸਰਾਂ ਨੂੰ ਲੱਭ ਰਹੇ ਆ ਜਿਨ੍ਹਾਂ ਨੂੰ ਇੱਦਾਂ ਦੇ ਗੱਫੇ ਨਹੀਂ ਮਿਲੇ ਤੇ ਉਹ ਕਿਤੇ ਨਾ ਕਿਤੇ ਓਨੈਸਟ ਹੈ। ਤੇ ਜੇ ਤੇ ਇਦਾਂ ਹੀ ਚੱਲਦਾ ਰਿਹਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਪਣਾ ਧੜਾ ਜਾਂ ਲੌਬੀ ਨਹੀਂ ਬਣਾਉਣਗੇ ਤੇ ਚੰਗੇ ਅਫਸਰਾਂ ਨੂੰ ਅੱਗੇ ਲਿਆ ਕੇ ਕੰਮ ਕਰਨਗੇ, ਤੇ ਫਿਰ ਪੱਕੀ ਗੱਲ ਹੈ ਕਿ ਉਹਨਾਂ ਨੂੰ ਸਾਥ ਵੀ ਬਿਊਰੋਕ੍ਰੇਸੀ ਦਾ ਜ਼ਰੂਰ ਮਿਲੇਗਾ। ਬਿਲਕੁਲ, ਕਿਉਂਕਿ ਕਣ ਕਦੇ ਵੀ ਖਤਮ ਨਹੀਂ ਹੁੰਦਾ। ਓਨੈਸਟੀ, ਇਮਾਨਦਾਰੀ ਹਮੇਸ਼ਾ ਰਹਿੰਦੀ ਹੈ, ਭਾਵੇਂ ਉਹਦੀ ਅਨੁਪਾਤ ਘੱਟ ਵੱਧ ਹੋ ਸਕਦਾ ਹੈ। ਤੇ ਇਸੇ ਕਰਕੇ ਜਦੋਂ ਅਸੀਂ ਬਿਊਰੋਕ੍ਰੇਸੀ ਬਾਰੇ ਵੀ ਜਾਂ ਵੱਖ-ਵੱਖ ਸਰਕਾਰੀ ਅਦਾਰਿਆਂ ਬਾਰੇ ਵੀ ਗੱਲਾਂ ਕਰਦੇ ਹਾਂ, ਮੁਲਾਜ਼ਮਾਂ ਬਾਰੇ ਗੱਲਾਂ ਕਰਦੇ ਹਾਂ, ਅਫਸਰਾਂ ਬਾਰੇ, ਅਧਿਕਾਰੀਆਂ ਬਾਰੇ ਗੱਲਾਂ ਕਰਦੇ ਹਾਂ, ਤਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਵੀ ਭਾਵੇਂ ਵੱਡਾ ਹਿੱਸਾ ਜਿਹੜਾ ਆ ਉਹ ਇਹਦੇ 'ਚ ਇਨਵੋਲਵ ਹੈ ਕਰਪਸ਼ਨ ਦੇ ਵਿੱਚ, ਪਰ ਹਾਲੇ ਵੀ ਬਾਰੀਕ ਉਹੀ ਦੀਵਾ ਤਾਂ ਜਗਦਾ ਹੈ। ਬਹੁਤ ਇਮਾਨਦਾਰ ਲੋਕ ਵੀ ਹੈਗੇ ਆ। ਕਿਸੇ ਦਾ ਨਾ ਅਸੀਂ ਦੂਜੇ ਮਾਮਲੇ 'ਚ ਲੈ ਰਹੇ ਹਾਂ, ਨਾ ਇਸ ਮਾਮਲੇ 'ਚ ਲੈ ਰਹੇ ਹਾਂ, ਪਰ ਉਹਦੀ ਟੋਹ ਲਾਉਣੀ ਜਿਹੜੀ ਬੜੀ ਜ਼ਰੂਰੀ ਹੈ, ਤੇ ਪਤਾ ਵੀ ਹੁੰਦਾ ਹੈ। ਤੇ ਪਰ ਉਹਦੇ ਲਈ ਥੋੜ੍ਹਾ ਬਹੁਤ ਸਮਾਂ ਚਾਹੀਦਾ ਹੁੰਦਾ। ਦੂਜੀ ਗੱਲ ਇਹ ਆ ਵੀ ਇਹ ਜਿਹੜੀ ਬਿਊਰੋਕ੍ਰੇਸੀ ਹੈ, ਜਿੱਦਾਂ ਤੁਸੀਂ ਕੱਲ੍ਹ ਕਹਿ ਰਹੇ ਸੀ, ਮੈਂ ਵੀ ਮੰਨਦਾ ਕਿ ਇਹਦੀ ਕੋਈ ਬਹੁਤੀ ਰੀੜ੍ਹ ਦੀ ਹੱਡੀ ਨਹੀਂ ਹੁੰਦੀ। ਇੱਕ ਤੀਸਰਾ ਸੈਕਸ਼ਨ ਵੀ ਹੈਗਾ। ਇੱਕ ਤਾਂ ਪੱਕੇ ਤੌਰ ਦੇ ਉੱਤੇ ਵਫ਼ਾਦਾਰ ਹੁੰਦੇ ਆ ਵੀ ਆਹ ਫਲਾਨਾ ਜਿਹੜਾ ਆ ਕਾਂਗਰਸ ਦਾ ਵਫ਼ਾਦਾਰ ਹੈ, ਆਹ ਬੀਜੇਪੀ ਦਾ ਵਫ਼ਾਦਾਰ ਹੈ, ਆਹ ਅਕਾਲੀ ਦਲ ਦਾ ਵਫ਼ਾਦਾਰ ਆ, ਉਹਨਾਂ ਨਾਲ ਹੋਰ ਤਰ੍ਹਾਂ ਡੀਲਿੰਗ ਹੁੰਦੀ ਹੈ। ਇੱਕ ਰਾਮ ਵਿਲਾਸ ਪਾਸਵਾਨ ਵਰਗੇ ਲੋਕ ਵੀ ਹੁੰਦੇ ਆ, ਜਿੱਦਾਂ ਰਾਜਨੀਤੀ 'ਚ ਰਾਮ ਵਿਲਾਸ ਪਾਸਵਾਨ, ਤੇ ਏਦਾਂ ਹੀ ਬਿਊਰੋਕ੍ਰੇਸੀ ਦੇ ਵਿੱਚ ਵੀ ਏਦਾਂ ਦੇ ਲੋਕ ਹੁੰਦੇ ਆ ਜਿਹੜੇ ਕਿਸੇ ਨੂੰ ਵੀ ਮਤਲਬ ਦੁਖੀ ਨਹੀਂ ਕਰਦੇ। ਜਿਹੜਾ ਆ ਜਾਂਦਾ ਉਹਦੇ ਨਾਲ ਜੁੜ ਜਾਂਦੇ ਆ ਵੀ ਮੈਂ ਤਾਂ ਤੁਹਾਡਾ ਹੀ ਹਾਂ। ਤੇ ਇਹ ਇੱਕ ਵੱਖਰੀ ਕਿਸਮ ਹੈ ਇਹਨਾਂ ਦੀ, ਇਹ ਜੀਵ ਜਿਹੜੇ ਆ ਇਹ ਉਹਨਾਂ ਦੀ ਇੱਕ ਵੱਖਰੀ ਕਿਸਮ ਹੈ। ਪਰ ਉਸ ਤੋਂ ਬਿਨਾਂ ਏਦਾਂ ਦੇ ਲੋਕ ਵੀ ਤੇ ਜਿਹੜੇ ਇਮਾਨਦਾਰ ਲੋਕ ਵੀ ਆ, ਉਹਨਾਂ ਦੀ ਇੱਕ ਲਿਸਟਿੰਗ ਜਿਹੜੀ ਹੈ ਸ਼ਾਇਦ ਕਰ ਲਈ ਵੀ ਗਈ ਹੋਏਗੀ। ਹੁਣ ਤਾਂ ਬਹੁਤ ਜ਼ਿਆਦਾ ਜ਼ਰੂਰਤ ਪਈ ਹੋਣੀ ਹੈ ਵੀ ਉਹਨਾਂ ਨੂੰ ਸਹੀ ਢੰਗ ਦੇ ਨਾਲ ਜਿਹੜਾ ਸਾਰੀਆਂ ਚੀਜ਼ਾਂ ਨੂੰ ਜਿਹੜਾ ਸਮਝ ਕੇ ਅੱਗੇ ਤੋਰਨ ਦੀ ਜ਼ਰੂਰਤ ਹੈ, ਕੰਮ ਕਰਨ ਦੀ ਜ਼ਰੂਰਤ ਹੈ। ਹੌਲੀ ਮਤਲਬ ਸਲੋ ਹੈ ਇਹ ਬਹੁਤ ਪ੍ਰਕਿਰਿਆ, ਪਰ ਹੌਲੀ ਇਹ ਸਾਰੇ ਮਸਲੇ ਹੱਲ ਹੋ ਸਕਦੇ ਆ। ਕੁਝ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਤੁਸੀਂ ਇਮੀਡੀਏਟ ਜੇ ਤੁਸੀਂ ਕਹੋਗੇ ਵੀ ਅਸੀਂ ਸਰਕਾਰੀ ਹੁਕਮ ਦੇ ਨਾਲ ਠੀਕ ਕਰ ਦਾਂਗੇ, ਉਹ ਪੋਸੀਬਿਲਿਟੀ ਨਹੀਂ ਹੈ। ਕਿਸੇ ਥਾਂ ਦੇ ਉੱਤੇ ਸਰਕਾਰੀ ਹੁਕਮ ਦੀ ਥਾਂ ਦੇ ਉੱਤੇ, ਮੁੱਖ ਮੰਤਰੀ ਦੀ ਹੁਕਮ ਦੀ ਥਾਂ ਦੇ ਉੱਤੇ ਕਿਸੇ ਨੂੰ ਪਲੋਸ ਲੈਣਾ ਜਿਹੜਾ ਆ ਉਹ ਵੀ ਆਪਣੇ ਆਪ ਦੇ ਇੱਕ ਵਿਧੀ ਹੁੰਦੀ ਹੈ। ਜਿੱਦਾਂ ਸਮਾਜਿਕ ਰਿਸ਼ਤਿਆਂ ਦੇ ਵਿੱਚ ਹੁੰਦਾ ਹੈ ਵੀ ਜੇ ਤੁਸੀਂ ਡੰਡਾ ਹੀ ਚੱਕ ਕੇ ਤੋੜਨਾ ਹੈ ਤੇ ਫਿਰ ਤੁਹਾਡੇ ਵੱਲ ਜਿਹੜਾ ਉਸ ਤਰੀਕੇ ਦੇ ਨਾਲ ਲੋਕ ਨਹੀਂ ਦੇਖਦੇ, ਪਰ ਪਿਆਰ ਦੇ ਨਾਲ ਸਾਡੀਆਂ ਚੀਜ਼ਾਂ ਜਿਹੜੀਆਂ ਉਹ ਵੀ ਹੱਲ ਕੀਤੀਆਂ ਜਾ ਸਕਦੀਆਂ। ਸੋ ਬਹੁਤ ਚੌਕਸੀ ਦੇ ਨਾਲ ਤੇ ਬਹੁਤ ਇਹਦਾ ਇੱਕ ਆਰਟ ਹੀ ਹੁੰਦਾ ਵੀ ਕਿਵੇਂ ਸਾਡਾ ਕੰਮ ਕਾਜ ਚਲਾਉਣਾ ਹੈ। ਜਿੱਥੇ ਤੁਹਾਨੂੰ ਮਿਲਿਆ ਜਿੱਦਾਂ ਦਾ ਇੰਨਾ ਗਲਿਆ ਸੜਿਆ ਨਿਜ਼ਾਮ ਮਿਲਿਆ, ਜਿੱਥੋਂ ਵੀ ਤੁਸੀਂ ਹੱਥ ਲਾਉਂਦੇ ਆ ਤੇ ਉਹ ਬਿਲਡਿੰਗ ਡਿੱਗਣ ਨੂੰ ਕਰਦੀ ਹੈ। ਇਸ ਕਰਕੇ ਬਹੁਤ ਹੀ ਤਹੱਮਲ ਦੇ ਨਾਲ ਕੰਮ ਕਰਨਾ। ਅੱਛਾ ਦਸਾਂਝ ਸਾਹਿਬ, ਬਾਕੀ ਜਿਹੜੀਆਂ ਧਿਰਾਂ ਇਸ ਵੇਲੇ ਸੜਕਾਂ ਤੇ ਨੇ, ਖਾਸ ਕਰਕੇ ਪੋਲਿਊਸ਼ਨ ਦੇ ਮੁੱਦੇ ਤੇ ਜੀਰੇ ਵਾਲੇ ਇਲਾਕੇ ਦੇ ਵਿੱਚ ਚੱਲ ਰਹੀ ਮੁਹਿੰਮ ਆ, ਹਾਲਾਂਕਿ ਉਹ ਇੱਕ ਮਤਲਬ ਵਿਆਪਕ ਰੂਪ ਨਹੀਂ ਧਾਰ ਸਕੀ। ਮੈਂ ਸਮਝਦਾ ਕਿ ਹਾਲਾਂਕਿ ਕਿਸਾਨ ਜਥੇਬੰਦੀਆਂ ਦੇ ਜਾਣ ਨਾਲ ਉਹਨੂੰ ਤਾਕਤ ਮਿਲੀ ਆ, ਪਰ ਜੇ ਮੁੱਦੇ ਨੂੰ ਸਮਝਣਾ ਹੋਵੇ ਬੇਸਿਕਲੀ ਤੇ ਇਕੱਲੀ ਜੀਰੇ ਵਾਲੀ ਫੈਕਟਰੀ ਤੇ ਨਹੀਂ, ਬਹੁਤ ਸਾਰੀਆਂ ਹੋਰ ਫੈਕਟਰੀਆਂ ਵੀ ਨੇ ਜਿਹੜੇ ਇਹੀ ਧੰਦਾ ਕਰ ਰਹੀਆਂ ਨੇ ਲਗਾਤਾਰ। ਛੋਟੇ ਤੋਂ ਛੋਟੇ ਟਾਊਨ 'ਚ ਗੱਤਾ ਮਿੱਲਾਂ ਜਾਂ ਹੋਰ ਚੀਜ਼ਾਂ, ਉਹ ਆਪਣਾ ਪੋਲਿਊਸ਼ਨ ਜਿਹੜਾ ਉਹ ਲਗਾਤਾਰ ਫੈਲਾ ਰਹੀਆਂ ਨੇ। ਤੇ ਪਾਣੀ ਜਿਹੜਾ ਵਾ ਟ੍ਰੀਟਮੈਂਟ ਪਲਾਂਟ ਕਿਸੇ ਨੇ ਵੀ ਨਹੀਂ ਚਲਾਏ ਹੋਏ। ਪਹਿਲਾਂ ਤਾਂ ਨੇੜੇ ਵਗਦੇ ਨਾਲਿਆਂ 'ਚ, ਦਰਿਆਵਾਂ 'ਚ ਸੁੱਟਿਆ ਜਾਂਦਾ ਸੀਗਾ। ਅਜੇ ਵੀ ਤੁਹਾਡੇ ਬੁੱਢੇ ਨਾਲੇ ਵਾਲੀ ਤੇ ਸਤਲੁਜ ਦਾ ਹਾਲ ਇਹੋ ਹੀ ਦੱਸਿਆ ਜਾ ਰਿਹਾ ਆਪਣੇ ਲੁਧਿਆਣੇ ਵਾਲੀ ਇੰਡਸਟਰੀ ਦਾ। ਪਰ ਜਿਹੜੀਆਂ ਬਾਕੀ ਥਾਂ 'ਤੇ ਇੰਡਸਟਰੀਆਂ ਵੀ ਨੇ, ਜੇ ਤੁਸੀਂ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰ ਲਓ, ਜਿੰਨੇ ਡਰੇਨ ਨਿਕਲਦੀਆਂ ਨੇ ਬਾਈਪਾਸ ਦੇ ਨਾਲ, ਉੱਥੋਂ ਦੀ ਤੁਸੀਂ ਆਪਣਾ ਮੂੰਹ ਨੱਕ ਬੰਨ੍ਹ ਕੇ ਹੀ ਲੰਘ ਸਕਦੇ ਹੋ ਉਹਨਾਂ ਸੜਕਾਂ ਦੇ ਉੱਤੋਂ। ਹਾਲਾਤ ਇਹ ਆ ਉੱਥੇ ਵੀ ਸਾਰਾ ਜਿੱਦਾਂ ਕੋਈ ਪੇਪਰ ਮਿਲ ਹੈ, ਕੋਈ ਗੱਤੇ ਦੀ ਮਿਲ ਹੈ ਜਾਂ ਕੋਈ ਟੈਕਸਟਾਈਲ ਮਿਲ ਹੈ, ਉਹਨਾਂ ਦਾ ਸਾਰਾ ਗੰਦਲਾ ਤੇ ਗੰਦਾ ਪਾਣੀ ਉਹਨਾਂ ਨਾਲਿਆਂ 'ਚ ਆਉਂਦਾ ਆ। ਤੇ ਫਿਰ ਇਹ ਤੋਂ ਅੱਗੇ ਜੇ ਕਿਤੇ ਮਾੜੀ ਮੋਟੀ ਸਖਤੀ ਹੋਈ ਤੇ ਫਿਰ ਪੋਲਿਊਸ਼ਨ ਬੋਰਡ ਦੀ ਮੁੜੀ ਭੁਗਤ ਦੇ ਨਾਲ ਡੀਪ ਵੈਲ ਬੋਰ ਕਰਕੇ ਪਾਣੀ ਅੰਦਰ ਹੀ ਜਜ਼ਬ ਕਰ ਦਿੱਤਾ ਗਿਆ, ਬਾਹਰ ਦਿਖਾਇਆ ਹੀ ਨਹੀਂ ਜਾਂਦਾ। ਉਹ ਪਾਣੀ ਅਸਲ 'ਚ ਸਭ ਤੋਂ ਜ਼ਿਆਦਾ ਖਤਰਨਾਕ ਜਿਹੜਾ ਹਾਲਾਤ ਬਣਾ ਰਿਹਾ। ਇਹ ਕੱਲੀ ਜੀਰੇ ਦੀ ਨਹੀਂ ਆ,
ਜੇ ਇਹ ਚੀਜ਼ ਨੂੰ ਵਿਆਪਕ ਤੌਰ ਤੇ ਲਿਆ ਜਾਵੇ ਤੇ ਮੇਰੇ ਖਿਆਲ ਹਜ਼ਾਰਾਂ ਹੀ ਯੂਨਿਟ ਐਸੇ ਹੋਣੇ ਆ ਜਿਹੜੇ ਇਹ ਕੰਮ ਧੰਦਾ ਕਰ ਰਹੇ ਆ। ਇਹਦੇ ਲਈ ਜਿਹੜਾ ਆ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਇਹਦੇ ਲਈ ਸੈਂਪਲਿੰਗ ਵੱਡੀ ਪੱਧਰ ਤੇ ਕਰਨੀ ਐਸਟੈਬਲਿਸ਼ਮੈਂਟ ਦੀ, ਸਰਕਾਰਾਂ ਦੀ, ਜਿਹੜੇ ਬੋਰਡ ਬਣੇ ਹੋਏ ਨੇ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਆ। ਤੇ ਜੇ ਉਹ ਨਹੀਂ ਕਰਦੇ ਪ੍ਰੋਪਰਲੀ ਜਾਂ ਲੋਕਾਂ ਨੂੰ ਉਹਨਾਂ ਤੇ ਇਤਬਾਰ ਹੀ ਨਹੀਂ ਰਿਹਾ, ਇੰਨਾ ਗੰਦਲਾ ਹੋ ਗਿਆ ਸਾਰਾ ਕੁਝ। ਤੇ ਦੁਨੀਆ ਭਰ ਵਿੱਚ ਲੈਬੋਰਟਰੀ ਨੇ, ਕਿਸਾਨਾਂ ਨੇ ਵੀ ਜਾਂ ਉੱਥੇ ਜਿਹੜੀ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਉਹਨਾਂ ਦੀ ਵੀ ਕਿਤੇ ਮੰਗ ਨਹੀਂ ਆਈ ਕਿ ਨਹੀਂ ਜੀ ਅਸੀਂ ਤੁਹਾਡੇ ਤੇ ਇਤਬਾਰ ਨਹੀਂ ਕਰਦੇ, ਸੈਂਪਲਿੰਗ ਅਸੀਂ ਬਾਹਰ ਦੀਆਂ ਲੈਬੋਰਟਰੀਆਂ ਤੋਂ ਕਰਾ ਲਾਂਗੇ, ਅਮਰੀਕਾ ਤੋਂ ਕਰਾ ਲਾਂਗੇ, ਬ੍ਰਿਟਨ ਤੋਂ ਕਰਾ ਲਾਂਗੇ, ਫਰਾਂਸ ਤੋਂ ਕਰਾ ਲਾਂਗੇ। ਆਖਰਕਾਰ ਨਿਰਪੱਖ ਕਿਤੇ ਨਾ ਕਿਤੇ ਤੇ ਹੋਏਗਾ ਨਾ ਦੁਨੀਆ ਤੇ। ਇਹ ਨਹੀਂ ਕਿ ਇਕੱਲਾ ਪੋਲਿਊਸ਼ਨ ਬੋਰਡ ਜਾਂ ਜਿਹੜਾ ਗ੍ਰੀਨ ਟ੍ਰਿਬਿਊਨਲ ਆ ਉਹਦੇ ਹੀ ਅਫਸਰ ਜਿਹੜੇ ਆ ਉਹ ਸਹੀ ਕੰਮ ਕਰਦੇ ਆ, ਉਹ ਤੇ ਆਪਾਂ ਨੂੰ ਪਤਾ ਹੀ ਜੋ ਕਰਦੇ ਆ। ਔਰ ਚੁਆਇਸ ਹੁੰਦੀ ਹੈ। ਮੇਰਾ ਇੱਕ ਦੋਸਤ ਸੀਗਾ ਜੀ ਇੰਜੀਨੀਅਰ ਬੇਟਾ ਦਾ, ਸਿਵਲ ਇੰਜੀਨੀਅਰ, ਤੇ ਤੁਹਾਨੂੰ ਪਤਾ ਕੈਂਪਸ ਚੋਂ ਹੀ ਜਿੱਦਾਂ ਥਾਪਰ ਵਰਗੇ ਕਾਲਜ ਆ ਜਾਂ ਚੰਗੇ ਕਾਲਜ ਆ ਕੈਂਪਸ ਚੋਂ ਹੀ ਭਰਤੀ ਹੋ ਜਾਂਦੀ ਆ। ਤੇ ਉਹਨਾਂ ਨੂੰ ਕਿਸੇ ਵੱਡੀ ਕੰਪਨੀ ਨੇ ਕੈਂਪਸ ਚੋਂ ਹੀ ਜਿਹੜੇ ਟੌਪਰ ਬੱਚੇ ਉਹਨਾਂ ਨੂੰ ਚੁੱਕ ਲਿਆ ਤੇ ਉਹ ਜੌਬ ਜਿਹੜੀਆਂ ਪ੍ਰਾਈਵੇਟ ਹੈਗੀਆਂ ਆਪਾਂ ਨੂੰ ਪਤਾ ਹੀ ਆ, ਖਾਸ ਕਰਕੇ ਸਿਵਲ ਇੰਜੀਨੀਅਰਿੰਗ ਦੀ ਜੌਬ ਜਿਹੜੀ ਆ ਉਹ ਬੜੀ ਟੇਢੀ ਖੀਰ ਆ। ਉਹ ਇੱਦਾਂ ਨਹੀਂ ਆ ਕਿ ਫੀਲਡ ਦਾ ਕੰਮ ਵੀ ਹੁੰਦਾ। IT ਵਾਲੇ ਤੇ ਅੰਦਰ ਬਹਿ ਕੇ ਕੰਮ ਕਰੀ ਜਾਂਦੇ ਆ। ਜਿਹੜੀ ਅਸਲੀ ਇੰਜੀਨੀਅਰਿੰਗ ਹੈ ਜਦੋਂ ਤੁਸੀਂ ਫੀਲਡ 'ਚ ਵੀ ਕੰਮ ਕਰਦੇ ਹੋ, ਮਕੈਨੀਕਲ ਵਾਲੇ ਆ, ਸਿਵਲ ਵਾਲੇ ਆ, ਇਲੈਕਟ੍ਰੀਕਲ ਵਾਲੇ ਆ, ਜਿਹੜੀਆਂ ਬੇਸਿਕ ਇੰਜੀਨੀਅਰਿੰਗ ਹੁੰਦੀਆਂ ਸੀ ਕਿਸੇ ਜ਼ਮਾਨੇ 'ਚ। ਹੁਣ ਅੱਗੇ ਇਲੈਕਟ੍ਰੋਨਿਕਸ ਤੇ ਕਈ ਕੁਝ ਹੋ ਗਿਆ, ਕੰਪਿਊਟਰ ਹੋ ਗਿਆ, ਉਹਨਾਂ ਨਾਲੋਂ ਕਾਫੀ ਫਰਕ ਆ। ਅਸੀਂ ਤਾਂ ਕਈ ਵਾਰ ਕਹਿੰਦੇ ਹੁੰਦੇ ਆ ਕਿ ਕੰਪਿਊਟਰ ਇੰਜੀਨੀਅਰ ਹੋਣਾ ਜਾਂ ਇਲੈਕਟ੍ਰੋਨਿਕਸ ਇੰਜੀਨੀਅਰ ਹੋਣਾ ਇੱਕ ਕਿਸਮ ਦਾ ਸੋਫਿਸਟੀਕੇਟਡ ਕਲਰਕ ਹੋਣਾ ਹੀ ਹੁੰਦਾ ਆ। ਜਿਹੜੀ ਅਸਲੀ ਇੰਜੀਨੀਅਰਿੰਗ ਉਹ ਤਾਂ ਫੀਲਡ ਵਾਲੀ ਇੰਜੀਨੀਅਰਿੰਗ ਹੁੰਦੀ ਆ। ਤੇ ਉੱਥੇ ਵੀ ਉਹ ਬੱਚੇ ਤੋਂ ਬਾਅਦ ਜਦੋਂ ਉਹਨੂੰ ਗਵਰਨਮੈਂਟ ਜੌਬ ਮਿਲਣ ਦਾ ਮੌਕਾ ਮਿਲਿਆ, ਉਹਦੀ 2 ਜਗ੍ਹਾ ਸਿਲੈਕਸ਼ਨ ਹੋਈ। ਮੇਰਾ ਦੋਸਤ ਹੈ ਜੀ, ਉਹਦੇ ਬੇਟੇ ਦੀ ਗੱਲ ਕਰ ਰਿਹਾ। ਇੱਕ ਉਹਦੀ ਪੋਲਿਊਸ਼ਨ ਬੋਰਡ 'ਚ, ਇੱਕ PWD B&R ਦੇ ਵਿੱਚ, ਜਿਹੜੇ ਮਹਿਕਮੇ 'ਚ ਮੈਂ ਕੰਮ ਕੀਤਾ। ਮੇਰੇ ਨਾਲ ਉਹ ਸਲਾਹ ਕਰਨਾ ਹੈ ਕਿ ਕਿਹੜਾ ਮਹਿਕਮਾ ਕਰਿਆ ਜਾਵੇ ਜੁਆਇਨ। ਦੋਵੇਂ ਪਾਸੇ ਸਾਨੂੰ ਆਫਰ ਹੈ। ਤੇ ਉੱਥੇ ਫਿਰ ਕੈਲਕੂਲੇਸ਼ਨਸ ਹੁੰਦੀਆਂ ਨੇ। ਪਹਿਲੀ ਕੈਲਕੂਲੇਸ਼ਨ ਹੁੰਦੀ ਹੈ ਪੈਸਾ ਕਿੱਥੇ ਜ਼ਿਆਦਾ ਬਣਦਾ। ਪੋਲਿਊਸ਼ਨ ਬੋਰਡ 'ਚ ਬਹੁਤ ਪੈਸਾ ਬਣਦਾ। B&R ਕੋ ਕੰਮ ਨਹੀਂ। B&R ਦੇ ਪੈਰਲਲ ਕਈ ਮਹਿਕਮੇ ਖੁੱਲ੍ਹ ਗਏ, ਮੰਡੀ ਬੋਰਡ ਆ ਗਿਆ, ਹੋਰ ਕੋਈ ਪੰਚਾਇਤੀ ਰਾਜ ਜੇ ਉਹ। ਤੇ ਜਿਹੜਾ ਸਰਕਾਰੀ ਮਹਿਕਮਾ B&R ਉਹ ਲਗਭਗ ਠੱਪ ਹੀ ਹੋਇਆ ਪਿਆ ਵਾ। ਤੇ ਦੂਜੇ ਪਾਸੇ ਕਿਹਾ ਜਾਂਦਾ ਸੀ ਕਿ ਜਿਹੜੀਆਂ ਗਵਰਨਮੈਂਟ ਜੌਬ ਨੇ ਇਹ ਥੋੜ੍ਹੀਆਂ ਸਿਕਿਉਰ ਹੁੰਦੀਆਂ ਨੇ। ਜਿਹੜੇ ਬੋਰਡ ਨੇ, ਬੋਰਡ ਕਾਰਪੋਰੇਸ਼ਨਾਂ, ਇਹ ਇੰਨੀ ਸਿਕਿਉਰ ਜੌਬ ਨਹੀਂ ਸੀ ਮੰਨੀ ਜਾਂਦੀ ਸਾਡੇ ਸਮਿਆਂ 'ਚ ਘੱਟੋ ਘੱਟ। ਤੇ ਦੂਜਾ ਇੱਕ ਲਾਭ ਹੁੰਦਾ ਸੀ ਕਿ ਇੱਥੇ ਰੈਗੂਲਰ ਪੈਨਸ਼ਨ ਦਾ ਪ੍ਰਦਾਨ ਹੈਗਾ ਸੀਗਾ, ਮੌਕਾ ਮਿਲ ਜਾਂਦਾ ਸੀ, ਜਿਹੜਾ ਉਹਨਾਂ ਬੋਰਡਾਂ ਵਗੈਰਾ 'ਚ ਨਹੀਂ ਮਿਲਦਾ। ਪਰ ਫਿਰ ਵੀ ਜੇ ਅੱਜ ਕਦੀ ਆਫਰ ਹੋਵੇ ਕਿਸੇ ਇਸ ਤਰ੍ਹਾਂ ਦੀ ਤੇ ਉਹਦੀ ਪਹਿਲ ਪੋਲਿਊਸ਼ਨ ਬੋਰਡ ਹੁੰਦੀ ਆ, ਕਿਉਂਕਿ ਉੱਥੇ ਇੰਡਸਟਰੀ ਵਾਲੇ ਲੋਕਾਂ ਨੂੰ ਮਿਲਣਾ ਹੁੰਦਾ, ਚੰਗੇ ਲੋਕ ਮਿਲਦੇ ਆ। ਉਹਨੂੰ ਅਸੀਂ ਜੋ ਮਰਜ਼ੀ ਕਹਿ ਲਈਏ ਕਿ ਉਹ ਕਲਚਰ ਐਲੀਟ ਕਲਾਸ ਦਾ ਜਾਂ ਫਿਰ ਧੰਦਾ ਪੈਸਿਆਂ ਦਾ। ਸੋ ਆਪਾਂ ਨੂੰ ਇਹ ਸਾਰਾ ਕੁਝ ਪਤਾ ਵੀ ਹੈ ਕਿ ਕਿਹੜੇ ਮਹਿਕਮੇ ਕੀ ਕਰਦੇ ਆ। ਤੇ ਕਈ ਵਾਰ ਤੇ ਕਹਾਵਤਾਂ ਹੁੰਦੀਆਂ ਸੀ ਜਦੋਂ ਪੋਲਿਊਸ਼ਨ ਬੋਰਡ ਦੀ ਤੇ ਗੱਲ ਛੱਡੋ, ਈਵਨ ਦੋ ਇਲੈਕਟ੍ਰਿਸਿਟੀ ਬੋਰਡ ਦੀਆਂ ਗੱਲਾਂ ਕਰਦੇ ਹੁੰਦੇ ਸੀ ਲੋਕ। ਤੇ ਮਜ਼ਾਕ 'ਚ ਇਹ ਕਹਿੰਦੇ ਹੁੰਦੇ ਸੀਗੇ ਕਿ ਭਲਿਆ ਸਮਿਆਂ ਦੇ ਵਿੱਚ ਲੋਕੀ ਪੰਡਤਾਂ ਨੂੰ ਖਾਣਾ ਖਵਾ ਦਿੰਦੇ ਸੀ ਜੇ ਕੋਈ ਕਸ਼ਟ ਆਵੇ ਤਾਂ, ਜਾਂ ਫਿਰ ਭਾਈ ਸੱਦ ਲਓ 5, ਕੰਨਿਆ ਸੱਦ ਲਓ 5 ਤੇ ਉਹਨਾਂ ਨੂੰ ਰੋਟੀ ਖਵਾ ਦਿਓ। ਫਿਰ ਆਂਦੇ ਇੰਨਾ ਕੁਝ ਕਰਨ ਦੀ ਲੋੜ ਨਹੀਂ, ਬਿਜਲੀ ਬੋਰਡ ਦਾ ਇੱਕ ਮੁਲਾਜ਼ਮ ਸੱਦ ਲਓ, ਸਾਰਾ ਮਸਲਾ ਹੱਲ ਹੋ ਜਾਊਗਾ, ਉਹਦੀ ਸੇਵਾ ਕਰ ਲਓ। ਤੇ ਇਸ ਤਰ੍ਹਾਂ ਦਾ ਤੇ ਮਾਹੌਲ ਹੈ ਸਾਡੇ ਮੁਲਕ ਦੇ ਵਿੱਚ, ਜਗ੍ਹਾ ਜਗ੍ਹਾ ਉਹ ਪਸਰਿਆ ਪਿਆ। ਉਹਨੂੰ ਚੈੱਕ ਕਰਨ ਦੀ ਲੋੜ ਵੀ ਹੈ। ਨਹੀਂ, ਹਾਂ, ਜਗ੍ਹਾ ਜਗ੍ਹਾ ਪਸਰਿਆ ਪਿਆ। ਜਿੱਦਾਂ ਅਸੀਂ ਕਹੀ ਰਹੇ ਹਾਂ ਕਿ ਤੁਸੀਂ ਜਿੱਥੋਂ ਮਰਜ਼ੀ ਚੱਕ ਲਓ, ਜਿਹੜਾ ਮਰਜ਼ੀ ਮਹਿਕਮਾ ਚੱਕ ਲਓ, ਤੁਹਾਨੂੰ ਉਹ ਸਾਰਾ ਕੁਝ ਦਿਖਾਈ ਦੇਗਾ। ਬਹੁਤ ਬੁਰੇ ਹਾਲਾਤ ਨੇ। ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਹੈ ਅਨਾਊਂਸ ਲਈ, ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਵੀ ਕਰਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਆ, ਉਹਨੂੰ ਜਦੋਂ ਤੁਸੀਂ ਅਪਲਾਈ ਕਰਦੇ ਹੋ ਤੇ ਫਿਰ ਪ੍ਰੋਬਲਮਸ ਆ ਜਾਂਦੀਆਂ, ਜਿਹੜੀਆਂ ਪ੍ਰੋਬਲਮਸ ਹੁਣ ਇਹ ਸਰਕਾਰ ਜਿਹੜੀ ਫੇਸ ਕਰ ਰਹੀ ਹੈ। ਸੋ ਇਸ ਕਰਕੇ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ। ਜਿਹੜੀ ਤੁਸੀਂ ਲੈਬੋਰਟਰੀਜ਼ ਦੀ ਗੱਲ ਕੀਤੀ ਹੈ, ਉਹਦੇ 'ਚ ਹੁਣ ਸਰਕਾਰ ਨੂੰ ਇਹ ਜਿਹੜਾ ਇਨ ਫਿਊਚਰ ਜੋ ਕੁਝ ਹੋਣ ਵਾਲਾ ਆ, ਕਿਉਂਕਿ ਤੁਸੀਂ ਵੀ ਕਹਿ ਰਹੇ ਹੋ, ਮੈਂ ਵੀ ਇਹ ਮੰਨ ਕੇ ਚੱਲਦਾ ਕਿ ਮਾਮਲਾ ਕੇਵਲ ਜ਼ੀਰਾ ਫੈਕਟਰੀ ਦਾ ਨਹੀਂ ਹੈ। ਇੱਥੇ ਸੈਂਕੜੇ ਫੈਕਟਰੀਆਂ ਹੋਰ ਹੈਗੀਆਂ, ਛੋਟੇ ਕਾਰਖਾਨੇ ਵੀ ਹੈ, ਜਿੱਥੇ ਕਿਸੇ ਵੀ ਤਰ੍ਹਾਂ ਦੀ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਉਹਨਾਂ ਨੂੰ ਫਾਲੋ ਨਹੀਂ ਕੀਤਾ ਜਾਂਦਾ ਹੈ। ਪ੍ਰੋਬਲਮਸ ਉੱਥੇ ਵੀ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਹ ਜਿਹੜੀ ਇਸ ਵੇਲੇ ਅਸੀਂ ਇੱਕ ਮੋਰਚਾ ਦੇਖ ਰਹੇ ਹਾਂ, ਇਹ ਤਬਦੀਲ ਹੋਣ ਵਾਲਾ ਹੈ। ਇਹ ਵੱਡੇ ਵੱਖ-ਵੱਖ ਥਾਵਾਂ ਦੇ ਉੱਤੇ ਛੋਟੇ-ਛੋਟੇ ਮੋਰਚਿਆਂ ਦੇ ਰੂਪ ਦੇ ਵਿੱਚ, ਫਿਰ ਇੱਕ ਵਿਸ਼ਾਲ ਕੈਨਵਸ ਦੇ ਉੱਤੇ ਸਾਰੇ ਪੰਜਾਬ ਦੇ ਵਿੱਚ ਇੱਕ ਵੱਡਾ ਅੰਦੋਲਨ ਜਿਹੜਾ ਆ ਉਹਦੇ ਸੰਕੇਤ ਮਿਲ ਰਹੇ ਆ। ਕਿਉਂਕਿ ਅਸੀਂ ਕਿਸੇ ਤੇ ਇਹ ਤਾਂ ਨਹੀਂ ਕਹਿ ਸਕਦੇ ਵੀ ਹਾਂ ਵੀ ਕਿਸਾਨ ਜਥੇਬੰਦੀਆਂ ਜਾਂ ਬਾਕੀ ਜਥੇਬੰਦੀਆਂ ਤੇ ਅਸੀਂ ਇਹ ਤਵੱਕੋ ਰੱਖੀਏ ਵੀ ਉਹ ਜੀਰੇ ਵੀ ਲੜ ਰਹੇ ਆ, ਉਹ ਆ ਕੇ ਇੱਥੇ ਕਪੂਰਥਲੇ ਵੀ ਲੜਨਗੇ।
ਅਸਲ 'ਚ ਜਿੱਦਾਂ ਜੀਰੇ ਦੀ ਫੈਕਟਰੀ ਦਾ ਅੰਦੋਲਨ ਜਿਹੜਾ ਆ ਉਹ ਸਟੈਪ ਬਾਈ ਸਟੈਪ ਅੱਗੇ ਵਧਿਆ, ਉੱਥੋਂ ਦੇ ਇਲਾਕੇ ਦੇ ਜਿਹੜੇ ਪਿੰਡ ਸੀ, ਪਿੰਡਾਂ ਦੇ ਲੋਕਾਂ ਨੇ ਜਿਸ ਤਰ੍ਹਾਂ ਇੱਕ ਉਹਦਾ ਮੁੱਢ ਬੰਨਿਆ ਤੇ ਹੌਲੀ-ਹੌਲੀ ਉਹ ਫੈਲਦਾ ਅੱਜ ਪੰਜਾਬ ਦਾ ਮੋਰਚਾ ਬਣ ਗਿਆ। ਇਸੇ ਤਰ੍ਹਾਂ ਵੱਖ-ਵੱਖ ਜਿਹੜੀਆਂ ਮੁਸ਼ਕਲਾਂ ਫੇਸ ਕਰ ਰਹੇ ਨੇ ਲੋਕ ਵੱਖ-ਵੱਖ ਇਲਾਕਿਆਂ ਦੇ ਵਿੱਚ, ਉੱਥੋਂ ਵੀ ਇਸ ਤਰ੍ਹਾਂ ਦੀ ਜਿਹੜੀ ਕਨਸੋ ਆ ਰਹੀ ਹੈ ਕਿ ਹਿਲਜੁਲ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। ਕਿਉਂਕਿ ਸ਼ੁਰੂਆਤ ਜਿਹੜੀ ਹੈ ਸਥਾਨਕ ਲੋਕਾਂ ਵੱਲੋਂ ਹੀ ਕੀਤੀ ਜਾਂਦੀ ਹੈ ਹਮੇਸ਼ਾ ਹੀ। ਜਦੋਂ ਕੋਈ ਕਿਸ ਤਰ੍ਹਾਂ ਦਾ ਜਨਤਕ ਕਿਸਮ ਦਾ ਅੰਦੋਲਨ ਬਣਦਾ ਹੈ, ਜਿਹੜੇ ਸਿੱਧੇ ਤੌਰ ਤੇ ਫੇਸ ਕਰ ਰਹੇ ਹੁੰਦੇ ਆ ਲੋਕ, ਉਹ ਪਹਿਲਾਂ ਆਉਂਦੇ ਨੇ ਮੈਦਾਨ 'ਚ ਤੇ ਹੌਲੀ-ਹੌਲੀ ਫਿਰ ਉਹ ਕਾਫਲਾ ਵੱਧਦਾ ਹੈ। ਤੇ ਪੰਜਾਬ 'ਚ ਪੋਸੀਬਿਲਿਟੀ ਹੈ ਕਿ ਇਸ ਮਾਮਲੇ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਾਨੂੰ ਅੰਦੋਲਨ ਦੇਖਣ ਨੂੰ ਮਿਲ ਸਕਦੇ ਆ। ਪਰ ਜਿਹੜਾ ਲੈਬੋਰਟਰੀ ਵਾਲਾ ਇਸ਼ੂ ਤੁਸੀਂ ਉਠਾ ਰਹੇ ਹੋ, ਉਹਦੇ 'ਚ ਇਹ ਠੀਕ ਹੈ ਕਿ ਸਰਕਾਰੀ ਲੈਬੋਰਟਰੀ ਜਾਂ ਜਿਹੜੀਆਂ ਵੱਖ-ਵੱਖ ਜਿਹੜਾ ਪੋਲਿਊਸ਼ਨ ਡਿਪਾਰਟਮੈਂਟ ਹੈ ਜਾਂ ਉਹਨਾਂ ਦੇ ਲੈਬੋਰਟਰੀਆਂ ਦਾ ਤੇ ਕਿੰਨਾ ਕੁ ਯਕੀਨ ਤੁਸੀਂ ਕਰ ਸਕਦੇ ਹੋ ਕਿ ਮਿਲੀ ਭੁਗਤ ਦਾ ਮਾਮਲਾ ਵੀ ਬਹੁਤ ਹੈ। ਤਾਂ ਭਾਵੇਂ ਡਿਮਾਂਡ ਨਹੀਂ ਕੀਤੀ ਵੱਖਰੀ ਲੈਬੋਰਟਰੀ ਦੀ, ਪਰ ਇੱਕ ਵਿਗਿਆਨੀ ਹੈਗੇ ਆ ਮਿਸਟਰ ਔਲਖ, ਪੂਰਾ ਨਾਮ ਮੈਂ ਭੁੱਲਦਾ, ਤੇ ਉਹ ਲੁਧਿਆਣੇ ਤੋਂ ਹੈਗੇ ਆ। ਉਹ ਜਦੋਂ ਜੀਰੇ ਬੋਲ ਰਹੇ ਸੀ, ਇੱਕ ਵੀਡੀਓ ਮੈਂ ਉਹਨਾਂ ਦੀ ਦੇਖੀ ਹੈ, ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਕਿ ਇੱਥੇ ਕੇਵਲ ਇਹ ਨਹੀਂ ਹੈ ਕਿ ਇੱਥੇ ਜੀਰੇ ਫੈਕਟਰੀ ਦੇ ਵਿੱਚ ਸ਼ਰਾਬ ਜਿਹੜੀ ਬਣਾਈ ਜਾਂਦੀ ਹੈ ਜਾਂ ਇਥੇਨਲ ਬਣਾਇਆ ਜਾਂਦਾ ਹੈ, ਇੱਥੇ ਸਾਇਨਾਈਡ ਵੀ ਬਣਾਇਆ ਜਾਂਦਾ ਹੈ, ਜ਼ਹਿਰ ਇੱਥੇ ਜਿਹੜਾ ਬਣਦਾ ਹੈ। ਉਹ ਜਿਹੜਾ ਸਾਇਨਾਈਡ ਜਿਹਨੂੰ ਜੀਭ 'ਚ ਰੱਖ ਕੇ ਹਾਲੇ ਤੱਕ ਕੋਈ ਸਵਾਦ ਨਹੀਂ ਦੱਸ ਸਕਿਆ ਵੀ ਇੱਕ ਕਿਸਮ ਦੀ ਜ਼ਹਿਰ ਦੀ ਫੈਕਟਰੀ ਹੈ ਇਹ। ਤੇ ਜੇ ਪਾਣੀ ਦੀ ਗੱਲ ਉਹਨਾਂ ਨੇ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੋਈ ਬਹੁਤ ਜ਼ਿਆਦਾ ਨਹੀਂ, 1.5 ਲੱਖ ਰੁਪਏ ਦੇ ਵਿੱਚ ਆਪਣੀ ਲੈਬੋਰਟਰੀ ਕਾਇਮ ਕੀਤੀ ਜਾ ਸਕਦੀ, ਅਸੀਂ ਇੱਥੇ ਕਰ ਲੈਂਦੇ ਹਾਂ। ਤੇ ਜਦੋਂ ਲੈ ਕੇ ਆਉਣ ਜਿਹੜੇ ਕਹਿੰਦੇ ਸੀ ਨਾ ਵੀ ਅਸੀਂ ਪੀ ਲੈਂਦੇ ਹਾਂ ਪਾਣੀ, ਪ੍ਰਬੰਧਕਾਂ ਨੇ ਇੱਕ ਦਿਨ ਕੀਤੀ ਸੀ ਪ੍ਰੈਸ ਕਾਨਫਰੰਸ ਜ਼ੀਰਾ ਫੈਕਟਰੀ ਦੀ ਮੈਨੇਜਮੈਂਟ ਨੇ, ਉਹ ਕਹਿੰਦੇ ਵੀ ਮਾਲਕ ਜਿਹੜਾ ਆ ਉਹ ਦੀਪ ਮਲਹੋਤਰਾ ਉਹ ਵੀ ਪੀ ਲਊਗਾ ਆ ਕੇ ਪਾਣੀ ਤੋਂ। ਕਹਿੰਦੇ ਇੱਕ ਦਿਨ ਦਾ ਪਾਣੀ ਦਾ ਮਸਲਾ ਨਹੀਂ ਹੈ ਇੱਥੇ, ਇਹ ਪਿੰਡਾਂ ਦੇ ਲੋਕ ਦਹਾਕਿਆਂ ਤੋਂ ਇਹ ਪਾਣੀ ਪੀ ਰਹੇ ਆ। ਤੁਸੀਂ ਇੱਕ ਦਿਨ ਪਾਣੀ ਪੀ ਕੇ ਤਾਂ ਉਹ ਬੇਈ ਵਾਲਾ ਪਾਣੀ ਪੀ ਕੇ ਬਿਮਾਰ ਹੋ ਗਏ ਸੀ ਭਗਵੰਤ ਮਾਨ, ਤੇ ਅਪੋਲੋ ਚੱਲ ਗਏ ਸੀ, ਹਸਪਤਾਲ ਦਾਖਲ ਹੋ ਗਏ ਸੀ ਆਪਣਾ ਇਲਾਜ ਕਰਾਉਣ ਵਾਸਤੇ। ਆਪਣੇ ਮੁਹੱਲਾ ਕਲੀਨਿਕ ਤੇ ਜਾਂ ਸਰਕਾਰੀ ਹਸਪਤਾਲਾਂ ਤੇ ਯਕੀਨ ਨਹੀਂ ਸੀ ਉਹਨਾਂ ਨੂੰ। ਉਹ ਕਹਿੰਦੇ ਵੀ ਉਹ ਪਾਣੀ ਇੱਥੇ ਲੈ ਕੇ ਆਓ, ਲੈਬੋਰਟਰੀ ਅਸੀਂ ਆਪਣੀ ਬਣਾ ਲੈਂਦੇ ਹਾਂ, ਫਿਰ ਪਤਾ ਲੱਗ ਜਾਊਗਾ ਕਿੱਦਾਂ ਦਾ ਪਾਣੀ ਹੈ। ਸੋ ਅਲਟੀਮੇਟਲੀ ਪੰਜਾਬ ਇਸ ਵੇਲੇ ਹਰ ਮਾਮਲੇ 'ਚ ਬਹੁਤ ਅਸੀਂ ਕਹਿ ਸਕਦੇ ਹਾਂ ਮੁਸ਼ਕਲ ਪ੍ਰਸਥਿਤੀਆਂ 'ਚੋਂ ਗੁਜ਼ਰ ਰਿਹਾ ਹੈ। ਸਰਕਾਰਾਂ ਨੂੰ, ਜਿਹੜੀ ਇਹ ਨਵੀਂ ਸਰਕਾਰ ਹੈ, ਇਹਨੂੰ ਇਸ ਤੋਂ ਪਹਿਲਾਂ ਕਿ ਸਮੱਸਿਆ ਜਿਹੜੀ ਇੰਨੀ ਗੁੰਝਲਦਾਰ ਹੋ ਜਾਵੇ ਕਿ ਗੁੰਝਲਾਂ ਸੁਲਝਾਈਆਂ ਨਾ ਜਾ ਸਕਣ, ਉਹਦੀ ਕੰਸੋਲ ਜਿਹੜੀ ਮਿਲ ਰਹੀ ਉਸ ਤੋਂ ਪਹਿਲਾਂ ਇਹ ਚੀਜ਼ਾਂ ਜਿਹੜੀਆਂ ਆ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਫੈਕਟਰੀਆਂ ਕਾਰਖਾਨਿਆਂ ਦੇ ਵਿੱਚ, ਉਹਨੂੰ ਸਿੱਧੇ ਤੌਰ ਤੇ ਲਾਗੂ ਕਰਵਾਉਣ ਦੀ ਜਿਹੜੀ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਜੋ ਇਸ ਤੋਂ ਪਹਿਲਾਂ ਕਿ ਹਾਲਾਤ ਹੱਥਾਂ ਤੋਂ ਨਿਕਲ ਜਾਣ, ਹਾਲਾਤ ਸਾਹਮਣੇ ਜਾ ਸਕਣ। ਦਸਾਂਝ ਸਾਹਿਬ, ਦੋ ਤਰ੍ਹਾਂ ਦੀ ਇੱਥੇ ਵੀ ਚਰਚਾ ਹੋ ਰਹੀ ਆ ਬੁੱਧੀਜੀਵੀ ਵਰਗ ਵਿੱਚ ਵੀ, ਪੱਤਰਕਾਰਾਂ ਦੇ ਵਿੱਚ ਵੀ, ਤੇ ਕੁਝ ਜਿਹੜੇ ਚਿੰਤਕ ਨੇ ਲੋਕ ਉਹਨਾਂ ਵਿੱਚ ਵੀ। ਉਹ ਕਹਿ ਰਹੇ ਜਾਂਦੇ ਆ ਕਿ ਅੱਜ ਹੀ ਮੇਰੇ ਨਾਲ ਇੱਕ ਦੋਸਤ ਗੱਲ ਕਰ ਰਹੇ ਸੀ ਕਿ ਕਿਤੇ ਨਾ ਕਿਤੇ ਇੱਦਾਂ ਲੱਗਦਾ ਜਿੱਦਾਂ ਆਪਾਂ ਅਫਸਰਾਂ ਨੂੰ ਤਾਂ ਬੜੇ ਇੱਕਦਮ ਕਹਿ ਦਿੱਤਾ ਕਿ ਬਲੈਕਮੇਲਿੰਗ ਹੈ, ਉਹਨਾਂ ਦੀ ਅੱਗੇ ਝੁਕਣਾ ਨਹੀਂ ਚਾਹੀਦਾ, ਤੇ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਵੀ ਬਲੈਕਮੇਲਿੰਗ ਵਾਲੇ ਰੂਪ 'ਚ ਸਾਹਮਣੇ ਆ ਰਹੀਆਂ ਨੇ ਕਈ ਕਾਰਨਾਂ 'ਚ। ਇਹ 'ਚ ਕੋਈ ਦੋ ਰਾਮਾ ਨਹੀਂ ਆ। ਜਿੱਦਾਂ ਪਿੱਛੇ ਜੇ ਇਹ ਆਇਆ ਕਿ ਆਪਣੇ ਕਾਡਰ ਦੇ ਲੋਕਾਂ ਦੇ ਤੁਸੀਂ ਟੋਲ ਟੈਕਸ ਦੇ ਕਾਰਡ ਬਣਾ ਦਿਓ, ਲੰਘ ਜਾਣ ਤੇ ਬਾਕੀ ਜਨਤਾ ਭੁਗਤਦੀ ਰਵੇ, ਕੁਝ ਇੱਦਾਂ ਦੇ। ਜਦੋਂ ਮੌਕਾ ਮਿਲਦਾ ਆਪਣੇ ਸਮਾਜ 'ਚੋਂ ਹੀ ਲੋਕ ਹੁੰਦੇ ਆ, ਜੇ ਅਫਸਰ ਬਣਦੇ ਉਹ ਵੀ ਸਾਡੇ ਸਮਾਜ 'ਚੋਂ ਹੀ ਹੁੰਦੇ ਆ, ਲੀਡਰ ਬਣਦੇ ਉਹ ਵੀ ਸਾਡੇ ਸਮਾਜ 'ਚੋਂ, ਜਿਹੜੇ ਜਥੇਬੰਦਕ ਲੀਡਰ ਵੀ ਸਾਡੇ ਸਮਾਜ ਦਾ ਹਿੱਸਾ ਨੇ, ਉਹ ਵੀ ਇਕਤਾਈ ਕਰ ਸਕਦੇ ਆ। ਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਭਾਵੇਂ ਖੇਤੀ ਅਰਥਚਾਰੇ ਤੇ ਨਿਰਭਰ ਕਰਦਾ ਹੈ, ਪਰ ਇੰਡਸਟਰੀ ਵੀ ਜਿਹੜੀ ਆ ਉਹ ਬੈਕਬੋਨ ਹੁੰਦੀ ਹੈ ਕਿਸੇ ਸਟੇਟ ਦੀ, ਜਿਹੜੀ ਫਾਈਨੈਂਸ਼ੀਅਲ ਹਾਲਤ ਹੁੰਦੀ, ਆਰਥਿਕਤਾ ਹੁੰਦੀ ਉਹਦੀ। ਤੇ ਜੇ ਆਪਾਂ ਇੱਦਾਂ ਇੰਡਸਟਰੀ ਨੂੰ ਅੱਗੇ ਹੀ ਸਾਡੇ ਤੋਂ ਦੂਰ ਹੋ ਰਹੀ ਆ ਕੁਝ ਕੇਂਦਰ ਦੀਆਂ ਪਾਲਿਸੀਆਂ ਕਰਕੇ, ਜਾਂ ਆਂਢ ਗੁਆਂਢ 'ਚ ਜਿਹੜੀਆਂ ਉਹਨਾਂ ਨੇ ਫੈਸਿਲਿਟੀਜ਼ ਦੇ ਦਿੱਤੀਆਂ ਤੇ ਪੰਜਾਬ ਤੋਂ ਫੈਸਿਲਿਟੀਜ਼ ਨਹੀਂ ਮਿਲੀਆਂ, ਤੇ ਰਹਿੰਦੀ ਖੁੰਦੀ ਇੰਡਸਟਰੀ ਨੂੰ ਵੀ ਇੱਦਾਂ ਅਸੀਂ ਡਰਾਟ ਧਮਕਾ ਕੇ ਭਜਾ ਦੇਵਾਂਗੇ। ਬਹੁਤ ਸਾਰੇ, ਮੈਂ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਕੁਝ ਪਾਰਟੀ ਦੇ ਲੀਡਰ ਵੀ ਕਹਿੰਦੇ ਨੇ ਕਿ ਜਿਹੜੀ ਜਥੇਬੰਦੀਆਂ ਉੱਥੇ ਬੈਠੀਆਂ ਨੇ ਉਹ ਇੱਕ ਫਾਨਾ ਕੱਢ ਕੇ ਬੈਠੀ ਹੈ, ਜਿਹਨੂੰ ਆਂਦੇ ਤੇ ਗਾਡਰ ਨਾਲ ਕੱਟਾ ਬੰਨ ਲਿਆ ਕਿ ਫੈਕਟਰੀ ਬੰਦ ਕਰਾਉਣੀ ਹੈ ਜੀ। ਉਹਨਾਂ ਦਾ ਮਕਸਦ ਵਾਤਾਵਰਨ ਸਾਫ਼ ਕਰਾਉਣਾ ਨਹੀਂ। ਫੈਕਟਰੀ ਬੰਦ ਹੋਣ ਨਾਲ ਵਾਤਾਵਰਨ ਸਾਫ਼ ਹੋਣਾ ਜ਼ਰੂਰੀ ਨਹੀਂ। ਇੱਦਾਂ ਦੀਆਂ ਅਨੇਕਾਂ, ਮੈਂ ਪਹਿਲਾਂ ਕਿਹਾ ਮਿਸਾਲ ਦਿੱਤੀ ਕਿ ਹੋਰ ਵੀ ਫੈਕਟਰੀਆਂ ਨੇ, ਫਿਰ ਤਾਂ ਆਪਾਂ ਸਾਰੀਆਂ ਪੰਜਾਬ ਦੀਆਂ ਫੈਕਟਰੀਆਂ ਬੰਦ ਕਰਾ ਦਾਂਗੇ। ਵਿੱਚ ਵਿਚਾਲੇ ਕੋਈ ਰਾਹ ਕੱਢਣਾ ਚਾਹੀਦਾ ਕਿ ਫੈਕਟਰੀ ਦੇ ਉੱਤੇ ਪੂਰੀ ਤਰ੍ਹਾਂ ਕਾਨੂੰਨ ਲਾਗੂ ਕੀਤਾ ਜਾਏ ਤੇ ਉਹ ਵਾਤਾਵਰਨ ਨੂੰ ਨੁਕਸਾਨ ਨਾ ਪਹੁੰਚਾਏ। ਸਾਡੀ ਇਹ ਜਿੱਦ ਨਹੀਂ ਹੋਣੀ ਚਾਹੀਦੀ ਕਿ ਅਸੀਂ ਫੈਕਟਰੀ ਬੰਦ ਕਰਾਉਣ ਤੋਂ ਬਗੈਰ ਉੱਠਣਾ ਨਹੀਂ ਆ। ਇਹ ਮਤਲਬ ਬਿੱਲ ਤੇ ਹੈ ਨਹੀਂ ਵੀ ਵਾਪਸ ਕਰਾਉਣੇ ਆ ਅਸੀਂ,
ਤੇ ਇਹ ਫਿਰ ਇਦਾਂ ਫੈਕਟਰੀਆਂ ਬੰਦ ਕਰਾਵਾਂਗੇ, ਫਿਰ ਲੁਧਿਆਣੇ ਵਾਲੀਆਂ ਵੀ ਬੰਦ ਕਰਨ ਤੁਰ ਪਾਂਗੇ, ਹੋਰ ਵੀ ਤੁਰ ਪਾਂਗੇ, ਫਿਰ ਪੰਜਾਬ ਦਾ ਬਣੂਗੀ ਅੱਗੇ। ਤੇ ਪੰਜਾਬ ਫਾਈਨੈਂਸ਼ੀਅਲ ਕ੍ਰਾਈਸਿਸ ਚੋਂ ਲੰਘ ਰਿਹਾ। ਨਹੀਂ ਇਦਾਂ ਨਹੀਂ ਹੈ ਕਿ ਇਹ ਲੱਗਦਾ ਕਈ ਵਾਰੀ ਇਦਾਂ ਤਸਵੀਰ ਇਦਾਂ ਦੀ ਆ ਜਾਂਦੀ ਆ ਵੀ ਪਤਾ ਨਹੀਂ ਇਸੇ ਗੱਲ ਤੇ ਸਟੈਂਡ ਕਰਦੇ ਆ ਵੀ ਫੈਕਟਰੀ ਬੰਦ ਹੋਣੀ ਚਾਹੀਦੀ ਹੈ। ਪਰ ਜੇ ਮੈਨੇਜਮੈਂਟ ਇਹ ਕਹਿੰਦੀ ਇੱਥੇ ਗਲਤ ਕੁਝ ਹੋ ਹੀ ਨਹੀਂ ਰਿਹਾ, ਮੈਨੇਜਮੈਂਟ ਆਈ ਆ ਉਹ ਕਹਿੰਦੀ ਇੱਥੇ ਗਲਤ ਕੁਝ ਹੋ ਹੀ ਨਹੀਂ ਰਿਹਾ, ਅਸੀਂ ਸਾਡਾ ਮਾਲਕ ਵੀ ਪਾਣੀ ਪੀਣ ਨੂੰ ਤਿਆਰ ਹੈ, ਪਾਣੀ ਤਾਂ ਠੀਕ ਹੈ ਇੱਥੇ ਦਾ। ਈਵਨ ਸਰਕਾਰ ਦੇ ਲੋਕ ਵੀ ਇਹੀ ਕਹਿਣ ਤੱਕ ਚਲੇ ਗਏ। ਸਵਾਲ ਇਹ ਆ ਵੀ ਜਿਹੜੀ ਅਸੀਂ ਟਰਮਸ ਐਂਡ ਕੰਡੀਸ਼ਨਸ ਦੀ ਗੱਲ ਕਰਦੇ ਹਾਂ, ਜਿਹੜੀ ਤੁਸੀਂ ਵੀ ਗੱਲ ਕਹੀ ਹੈ, ਜੋ ਮੰਨ ਲੈਣ ਵੀ ਹਾਂ ਵੀ ਠੀਕ ਹੈ, ਅਸੀਂ ਜਿਹੜੇ ਲਿਖਤੀ ਸਮਝੌਤੇ ਜਿਸ ਢੰਗ ਨਾਲ ਹੋਏ ਹੈ, ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਅਸੀਂ ਕੰਮ ਕਰਾਂਗੇ ਤਾਂ ਫੈਕਟਰੀ ਚੱਲੇ, ਕੌਣ ਰੋਕਦਾ ਫੈਕਟਰੀ ਨੂੰ। ਇਸੇ ਕਰਕੇ ਉੱਥੇ ਅੰਦੋਲਨ ਇਸੇ ਕਰਕੇ ਹੈ ਕਿ ਉਹ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਆ ਉਹਨੂੰ ਫਾਲੋ ਨਹੀਂ ਕੀਤਾ ਜਾ ਰਿਹਾ। ਤੁਸੀਂ ਆਪ ਕਹਿ ਰਹੇ ਹੋ, ਅਸੀਂ ਮੰਨਦੇ ਹਾਂ ਵੀ ਜੇ ਤੁਸੀਂ ਧਰਤੀ ਦੀ ਹਿੱਕ ਪਾੜ ਕੇ ਜਿਹੜਾ ਆਪਣਾ ਸਾਰਾ ਵੇਸਟੇਜ ਉਹਦੇ ਵਿੱਚ ਸੁੱਟਣੀ ਹੈ ਤੇ ਫਿਰ ਲਾਜ਼ਮੀ ਹੈ, ਫਿਰ ਤਾਂ ਮੁਸ਼ਕਲ ਸਥਿਤੀ ਬਣੇਗੀ। ਸੋ ਮੈਨੂੰ ਇਹ ਠੀਕ ਹੈ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਬਾਕੀ ਜਨਤਕ ਜਥੇਬੰਦੀਆਂ ਉਹ 100% ਠੀਕ ਹੈ। ਉਹਨਾਂ 'ਚ ਵੀ ਕੁਝ ਲੋਕ ਹੈਗੇ ਆ, ਕੁਝ ਜਥੇਬੰਦੀਆਂ ਵੀ ਸਪੈਸ਼ਲੀ ਹੈਗੀਆਂ ਜਿਨ੍ਹਾਂ ਨੇ ਇਹਨੂੰ ਇੱਕ ਕਾਰੋਬਾਰ ਜਿਹਾ ਬਣਾ ਲਿਆ। ਪਰ ਉਹ ਇੱਕ ਵਿਅਕਤੀ ਕਰਕੇ ਜਾਂ ਇੱਕ ਦੋ ਜਥੇਬੰਦੀਆਂ ਕਰਕੇ ਸਾਰਿਆਂ ਨੂੰ ਇੱਕ ਰੱਸੇ 'ਚ ਨਹੀਂ ਬੰਨਿਆ ਜਾ ਸਕਦਾ। ਜਿੱਦਾਂ ਅਸੀਂ ਅਫਸਰਸ਼ਾਹੀ ਬਾਰੇ ਵੀ ਗੱਲ ਕੀਤੀ ਹੈ ਵੀ ਵੱਡਾ ਹਿੱਸਾ ਕਰਪਟ ਹੈ, ਪਰ ਸਾਰੇ ਹੀ ਥੋੜ੍ਹਾ ਕਰਪਟ ਹੈ, ਇਹ ਵੀ ਤਾਂ ਆਪਾਂ ਕਹਿ ਰਹੇ ਹਾਂ। ਏਦਾਂ ਹੀ ਜਥੇਬੰਦੀਆਂ ਜਿਹੜੀਆਂ ਆ ਉਹ ਵੱਡੀ ਤਾਦਾਦ ਜਿਹੜੀ ਜਥੇਬੰਦੀਆਂ ਦੀ ਆ ਉਹ ਸਹੀ ਦਿਸ਼ਾ 'ਚ ਚੱਲਦੇ ਆ। ਇੱਕ ਦੋ ਜਥੇਬੰਦੀਆਂ ਹੋ ਸਕਦੀਆਂ, ਇੱਕ ਦੋ ਆਗੂ ਹੋ ਸਕਦੇ ਆ ਜਿਨ੍ਹਾਂ ਨੇ ਆਹ ਜਿਹੜਾ ਤੁਸੀਂ ਕੀਤੀ ਗੱਲ ਟੋਲ ਪਲਾਜ਼ਾ ਤੋਂ ਲੰਘਣ ਲਈ ਆਪਣੇ ਕਾਡਰ ਵਾਸਤੇ ਕਾਰਡ ਬਣਾਤੇ, ਤੇ ਇਹ ਸਾਰੇ ਥੋੜ੍ਹੇ ਇਹ ਕੁਝ ਕਰ ਰਹੇ ਆ। ਉਹਦੇ ਨਾਲ ਇਹ ਆ ਵੀ ਬਦਨਾਮੀ ਸਾਰਿਆਂ ਦੀ ਹੋ ਜਾਂਦੀ ਹੈ। ਸੋ ਮੈਨੂੰ ਲੱਗਦਾ ਹੈ ਕਿ ਫੈਕਟਰੀ ਤੋਂ ਬਿਨਾਂ ਤਾਂ ਚੱਲ ਨਹੀਂ ਸਕਦਾ। ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਕਿਹੜੀ ਫੈਕਟਰੀ ਦਾ ਕਰੈਕਟਰ ਕੀ ਹੈ, ਕਿਹੜੀਆਂ ਫੈਕਟਰੀਆਂ ਨੂੰ ਜ਼ਿਆਦਾ ਤਵੱਜੋ ਦੇਣੀ ਹੈ। ਮਤਲਬ ਜੇ ਸਾਰੇ 50 ਸ਼ਰਾਬ ਦੀਆਂ ਫੈਕਟਰੀਆਂ ਲਾਉਣਗੀਆਂ ਤੁਸੀਂ, ਇਹ ਤਾਂ ਗੱਲ ਹੋਰ ਹੈ। ਜਦੋਂ ਲੋੜ ਹੈ ਐਗਰੋ ਵੇਸਟ ਇੰਡਸਟਰੀ ਦੀ ਵੱਖ-ਵੱਖ ਇਲਾਕਿਆਂ ਦੇ ਵਿੱਚ ਜ਼ਿਲ੍ਹਾ ਵਾਈਜ਼ ਹੀ ਹੋਵੇ ਭਾਵੇਂ, ਤੇ ਉਸ ਪਾਸੇ ਵੱਲ ਨੂੰ ਵਧਣ ਦੀ ਜ਼ਰੂਰਤ ਹੈ। ਨਾ ਕਿ ਉਹ ਮਾਲਕਾਂ ਤੋਂ ਪੈਸੇ ਲੈ ਕੇ, ਠੀਕ ਹੈ 1.5 ਕਰੋੜ ਰੁਪਈਆ ਉੱਥੇ ਰੋਜ਼ ਦਾ ਸਰਕਾਰ ਨੂੰ ਆਉਂਦਾ, ਪੰਜਾਬ ਗਵਰਨਮੈਂਟ ਨੂੰ 1.5 ਕਰੋੜ ਰੁਪਏ ਰੋਜ਼ ਦਾ ਰੈਵਨਿਊ ਮਿਲਦਾ ਜੀਰਾ ਫੈਕਟਰੀ ਤੋਂ, ਬੰਦ ਹੋ ਗਿਆ। ਉਹਦੀ ਜ਼ਰੂਰਤ ਹੈਗੀ ਹੈ, ਪਰ ਸਰਕਾਰ 1.5 ਕਰੋੜ ਰੁਪਈਆ ਜਿਹੜਾ ਟੈਕਸ ਦੇ ਰੂਪ 'ਚ ਉਹਨੂੰ ਆਉਂਦਾ ਉਹ ਲੈਣ ਦੀ ਮਾਰੀ, ਉਹ ਜਿਹੜੇ ਨੋਰਮਸ ਹੈ ਜਾਂ ਜਿਹੜੇ ਨਿਯਮ ਹੈ ਉਹਨਾਂ ਨੂੰ ਕਾਨੂੰਨ ਉਹਨਾਂ ਨੂੰ ਛਿੱਕੇ ਤੇ ਟੰਗ ਕੇ ਉੱਥੇ ਕੰਮ ਹੋਈ ਜਾਵੇ, ਉਹਨੂੰ ਅਣਦੇਖਾ ਨਹੀਂ ਨਾ ਸਰਕਾਰ ਕਰ ਸਕਦੀ, ਉਹਨੂੰ ਅਣਦੇਖਾ ਨਾ ਕੀਤਾ ਜਾਏ। ਅੱਛਾ ਦਸਾਂਝ ਸਾਹਿਬ, ਬਾਕੀ ਜਿਹੜੀਆਂ ਜਥੇਬੰਦਕ ਲੜਾਈਆਂ ਨਿੱਕੇ ਨਿੱਕੇ ਗਰੁੱਪ ਲੜ ਰਹੇ ਨੇ, ਕੋਈ ਟੀਚਰ ਲੜ ਰਹੇ ਨੇ, ਕੁਝ ਹੋਰ ਵਰਗ ਨੇ ਵੱਖ-ਵੱਖ ਸਮਾਜ ਦੇ, ਉਹਨਾਂ ਦੀ ਸੁਣਵਾਈ ਕਿਤੇ ਨਹੀਂ ਆ। ਮੈਂ ਤੁਹਾਡੇ ਨਾਲ ਪਿਛਲੇ ਦਿਨ ਵੀ ਗੱਲ ਕਰ ਰਿਹਾ ਸੀ GOG ਦੀ, ਤੁਸੀਂ ਕਿਹਾ ਪੰਜਾਬ 'ਚ ਕੋਈ ਖਬਰ ਨਹੀਂ ਆ, ਕਿਤੇ ਲੱਗਦੀ ਵੀ ਨਹੀਂ ਆ। ਤੇ ਉਹ ਵਿਚਾਰੇ ਬੈਠੇ ਹੋਏ ਆ ਭਗਵੰਤ ਮਾਨ ਦੀ ਕੋਠੀ ਦੇ ਅੱਗੇ, ਸਾਬਕਾ ਫੌਜੀ ਜਿਨ੍ਹਾਂ ਨੂੰ ਢਾਹ ਦਿੱਤਾ ਗਿਆ, ਗਵਰਨੈਂਸ ਆਫ ਕੀ ਉਹਨਾਂ ਗਾਰਡੀਅਨ ਆਫ ਗਵਰਨੈਂਸ ਉਹਨਾਂ ਨੂੰ ਨਾਂ ਦਿੱਤਾ ਗਿਆ ਸੀ ਕੈਪਟਨ ਸਾਹਿਬ ਦੇ ਵੇਲੇ। ਤੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਹੋਰ ਲੋਕ ਨੇ ਜਿਨ੍ਹਾਂ ਦੇ ਰੋਸੇ ਨੇ ਸਰਕਾਰ ਦੇ ਨਾਲ, ਤੇ ਉਹਨਾਂ ਨੂੰ ਮਤਲਬ ਠੀਕ ਕਰਨ ਲਈ ਸਰਕਾਰ ਕੋਈ ਕਦਮ ਉਠਾ ਨਹੀਂ ਰਹੀ, ਇਗਨੋਰ ਕਰ ਰਹੀ ਹੈ ਕਿਤੇ ਨਾ ਕਿਤੇ, ਕਿਉਂਕਿ ਉਹ ਪਾਵਰਫੁੱਲ ਜਥੇਬੰਦਕ ਰੂਪ ਵਿੱਚ ਨਹੀਂ ਗਏ, ਕਿਉਂਕਿ ਉਹ ਇਕੱਲੇ ਕਾਰੇ ਆਪੋ ਆਪਣੀ ਲੜਾਈ ਲੜ ਰਹੇ ਆ। ਤੇ ਜਦੋਂ ਫਿਰ ਇਸ ਤਰ੍ਹਾਂ ਹੁੰਦਾ ਜਿਵੇਂ ਪੰਜਾਬ 'ਚ ਆਮ ਤੌਰ 'ਤੇ ਕਿਹਾ ਜਾਂਦਾ ਨਾ ਜੱਟਵਾਦ ਆ, ਕਿਉਂਕਿ ਬਹੁਤਾਤ ਜੱਟਾਂ ਦੀ ਆ ਤੇ ਜੱਟਵਾਦ ਆ ਤੇ ਉਹ ਦੂਜਿਆਂ ਨੂੰ ਦਬਾ ਲੈਂਦੇ ਆ। ਇਸੇ ਤਰ੍ਹਾਂ ਹੀ ਜੇ ਕਿਸਾਨ ਜਥੇਬੰਦੀਆਂ ਨੇ ਤੇ ਉਹਨਾਂ ਦੀ ਕੋਈ ਤਾਕਤ ਦਿਖਦੀ ਆ ਤੇ ਸਰਕਾਰ ਫਟਾਫਟ ਉਹਨਾਂ ਨੂੰ ਟੇਬਲ ਤੇ ਬਹਿ ਕੇ ਗੱਲ ਵੀ ਕਰ ਲੈਂਦੀ ਆ, ਉਹਨਾਂ ਦੀਆਂ ਗੱਲਾਂ ਵੀ ਮੰਨ ਲੈਂਦੀ ਆ। ਜਿਹੜੇ ਛੋਟੇ ਛੋਟੇ ਗਰੁੱਪ ਨੇ ਜਿਹੜੀਆਂ ਉਹਨਾਂ ਦੇ ਨਿੱਕੇ ਨਿੱਕੇ ਉਹਨਾਂ ਦੀਆਂ ਮੰਗਾਂ ਨੇ, ਉਹ ਬਹੁਤ ਵੱਡੀਆਂ ਮੰਗਾਂ ਵੀ ਨਹੀਂ ਗੀਆਂ ਕੋਈ ਖਾਸ, ਉਹਦੇ ਨਾਲ ਕੋਈ ਬਹੁਤ ਜ਼ਿਆਦਾ ਰੈਵਨਿਊ ਤੇ ਵੀ ਅਸਰ ਨਹੀਂ ਪੈਣਾ ਹੁੰਦਾ, ਪਰ ਉਹਨਾਂ ਨੂੰ ਕਿਤੇ ਇਗਨੋਰ ਕੀਤਾ ਜਾ ਰਿਹਾ। ਉਹਨੂੰ ਕਿੱਦਾਂ ਐਡਰੈਸ ਕਰਨਾ ਚਾਹੀਦਾ ਸਰਕਾਰ ਨੂੰ? ਚਾਹੀਦਾ ਜਿਹੜਾ ਜਿਹਦੀ ਵੀ ਤਕਲੀਫ ਹੈ ਉਹਨੂੰ ਦੂਰ ਕਰੇ, ਪਰ ਸਰਕਾਰ ਜਾਂ ਸਰਕਾਰ 'ਚ ਬੈਠੇ ਲੋਕ ਜਿਹੜੇ ਆ ਉਹ ਇੱਕ ਬਣ ਜਾਂਦਾ ਵੀ ਹਾਂ ਵੀ ਫੋਰਸ ਕਿਹਦੇ ਕੋਲ ਹੈਗੀ ਹੈ ਜਿਹਨੇ ਵੋਟਾਂ ਦੇ ਵਿੱਚ ਵੀ ਤਬਦੀਲ ਹੋਣਾ। ਇਹ ਮੰਨੀਏ ਚਾਹੇ ਨਾ ਮੰਨੀਏ, ਆਪਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਹੀ ਨਹੀਂ ਸੀ ਸਕਦੀ ਜੇ ਉਹ 1.25 ਸਾਲ ਦਾ ਦਿੱਲੀ ਵਾਲਾ ਕਿਸਾਨਾਂ ਦਾ ਮੋਰਚਾ ਨਾ ਹੁੰਦਾ। ਉਹ ਕਿਸਾਨ ਮੋਰਚੇ ਨੇ, ਵੱਖਰੀ ਗੱਲ ਹੈ ਕਿ ਕਿਸਾਨ ਮੋਰਚੇ ਚੋਂ ਨਿਕਲੀ ਜਿਹੜੀ ਪੋਲੀਟੀਕਲ ਪਾਰਟੀ ਉਹ ਤਾਂ ਮੁੱਦੇ ਨੂੰ ਜਾ ਪਈ, ਉਹਦੇ ਬਿਲਕੁਲ ਵੱਖਰੇ ਕਾਰਨ ਹੈ, ਅਸੀਂ ਕਈ ਵਾਰੀ ਉੱਤੇ ਵਿਚਾਰ ਕਰ ਚੁੱਕੇ ਹਾਂ। ਪਰ ਜਿੰਨੀ ਬੇਚੈਨੀ ਸੀ ਪੰਜਾਬ ਦੇ ਆਮ ਬੰਦੇ ਦੇ ਵਿੱਚ ਅਕਾਲੀ ਦਲ ਤੇ BJP ਦੇ ਖਿਲਾਫ ਜਾਂ
ਕੇਂਦਰ ਸਰਕਾਰ ਦੇ ਵੀ ਖਿਲਾਫ ਜਾਂ ਕਾਂਗਰਸ ਦੇ ਖਿਲਾਫ, ਉਹ ਬੇਚੈਨੀ ਦਾ ਜਿਹੜਾ ਅਮਲੀ ਰੂਪ ਅਸੀਂ ਕਿਸਾਨ ਮੋਰਚੇ ਦੇ ਰੂਪ ਦੇ ਵਿੱਚ ਦੇਖਿਆ, ਬੜਾ ਮਿਰੀਕਲ ਉਹ ਹੋਇਆ, ਬੜਾ ਹਿਸਟੋਰੀਕਲ। ਅਸੀਂ ਤੁਸੀਂ ਸਾਰੇ ਖੁਸ਼ਕਿਸਮਤ ਆ ਕਿ ਅਸੀਂ ਉਸ ਅੰਦੋਲਨ ਦੇ ਗਵਾਹ ਆ। ਜੇ ਉਹ ਕਿਸਾਨ ਅੰਦੋਲਨ ਨਾ ਹੁੰਦਾ ਤਾਂ ਕੋਈ ਮਤਲਬ ਹੀ ਨਹੀਂ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣ ਜਾਂਦੀ। ਮਾਲਵੇ ਦੇ ਵਿੱਚ ਇੱਕ ਕਿਸਾਨ ਧਿਰ ਨੇ ਜਿਹੜੀ ਜੋਗਿੰਦਰ ਸਿੰਘ ਉਗਰਾਹਾਂ ਵਾਲੀ, ਜਿਹੜੀ ਸਭ ਤੋਂ ਜ਼ਿਆਦਾ ਮਜ਼ਬੂਤ ਜਥੇਬੰਦੀ ਸਮਝੀ ਜਾਂਦੀ ਹੈ, ਉਹਨੇ ਜਿਹੜਾ ਸਟੈਂਡ ਲਿਆ ਵੀ ਅਸੀਂ ਕਿਸੇ ਵੀ ਧਿਰ ਦੇ ਨਾਲ ਨਹੀਂ ਹੈਗੇ, ਯਾਨੀ ਜਿਹੜਾ ਆਪਣਾ ਕਾਡਰ ਆ ਉਹਨੂੰ ਖੁੱਲਾ ਛੱਡਤਾ, ਜਿਹਨੂੰ ਮਰਜ਼ੀ ਵੋਟ ਕਰੋ। ਉਹ ਜਿਹਨੂੰ ਮਰਜ਼ੀ ਵੋਟ ਕਰੋ ਦੀ ਨੀਤੀ ਜਿਹੜੀ ਅਪਣਾਈ ਗਈ, ਉਹ ਵੀ ਇੱਕ ਸੋਚੀ ਸਮਝੀ ਬਕਾਇਦਾ ਪਲਾਨਿੰਗ ਦੇ ਨਾਲ ਸੀ। ਅਸਲ 'ਚ ਵੋਟ ਕਿਹਾ ਗਿਆ, ਇਨਡਾਇਰੈਕਟਲੀ ਕਿਹਾ ਗਿਆ ਕਿ ਤੁਸੀਂ ਝਾੜੂ ਨੂੰ ਵੋਟ ਪਾਓ। ਸੋ ਕਿਸਾਨ ਅੰਦੋਲਨ ਇਸ ਸਰਕਾਰ ਦੇ ਬਣਨ ਦੇ ਵਿੱਚ ਕਿਸਾਨ ਅੰਦੋਲਨ ਦੀ ਇੱਕ ਸਿੱਧੀ ਅਸਿੱਧੀ ਬਹੁਤ ਵੱਡੀ ਭੂਮਿਕਾ ਆ। ਤੇ ਇਨ ਫਿਊਚਰ ਵੀ ਪੰਜਾਬ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਹੈ, ਕਿਉਂਕਿ ਵੱਡਾ ਵੋਟ ਬੈਂਕ ਹੈ ਕਿਸਾਨਾਂ ਦਾ, ਉਹਨੂੰ ਇਗਨੋਰ ਨਹੀਂ ਕਰ ਸਕਦੀ। ਪਰ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈ, ਇਹਨੂੰ ਇਹ ਚਾਹੀਦਾ ਹੈ ਕਿ ਜਿਹੜੇ ਛੋਟੇ ਸੈਕਸ਼ਨ ਵੀ ਹੈਗੇ, ਜਿਨ੍ਹਾਂ ਨੇ ਉਹ ਜਿਹੜੇ ਛੋਟੇ ਸੈਕਸ਼ਨ ਵੀ ਹੈ, ਚਾਹੇ ਕੋਈ ਟੀਚਰ ਹੈ, ਚਾਹੇ ਕੋਈ ਵੱਖ-ਵੱਖ ਮਹਿਕਮਿਆਂ ਦੇ ਜਿਹੜੇ ਲੋਕ ਹੈਗੇ ਆ, ਆਪਣੀ ਤਕਲੀਫ ਲਈ ਸੜਕਾਂ ਤੇ ਬੈਠੇ ਆ, ਉਹਨਾਂ 'ਚ ਜਿਹੜੇ ਬੇਰੁਜ਼ਗਾਰ ਵੀ ਹੈ, ਉਹਨਾਂ 'ਚ ਤੁਸੀਂ ਦੇਖੋਗੇ ਬਹੁਤੇ ਜਿਹੜੇ ਆ, ਉਹ ਜਿਹੜੇ ਸਰਦਾਰ ਮੁੰਡੇ, ਉਹਨਾਂ ਨੇ ਪੀਲੀਆਂ ਪੱਗਾਂ ਬੰਨ੍ਹੀਆਂ ਹੋਈਆਂ। ਉਹਨਾਂ 'ਚੋਂ ਬਹੁਤਿਆਂ ਨੇ ਝਾੜੂ ਨੂੰ ਵੋਟ ਪਾਈ ਹੋਈ ਹੈ। ਇਸ ਕਰਕੇ ਉਹਨਾਂ ਦੀ ਸੁਣਵਾਈ ਸਰਕਾਰ ਨੂੰ ਸਗੋਂ ਪਹਿਲ ਦੇ ਆਧਾਰ ਤੇ ਕਰਦੇ। ਉਹਨਾਂ ਦੀਆਂ ਸਮੱਸਿਆਵਾਂ ਵੀ ਕੋਈ ਬਹੁਤ ਵੱਡੀਆਂ ਨਹੀਂ, ਉਹ ਸੈਕਸ਼ਨ ਵੀ ਛੋਟੇ ਹੈ, ਉਹ ਮਸਲੇ ਵੀ ਛੇਤੀ ਹੱਲ ਹੋ ਸਕਦੇ ਆ, ਪਰ ਸਰਕਾਰ ਉਧਰ ਧਿਆਨ ਨਹੀਂ ਦਿੰਦੀ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਪਹਿਲਾਂ ਕਿ ਜਨਤਕ ਜਥੇਬੰਦੀਆਂ ਦਾ ਇੱਕ ਵੱਡਾ ਸਾਂਝਾ ਪਲੇਟਫਾਰਮ ਜਿਹੜਾ ਹੋਣ ਵਿੱਚ ਆ ਜਾਵੇ ਤੇ ਇਹਨਾਂ ਮਸਲਿਆਂ ਨੂੰ ਹੱਲ ਸਰਕਾਰ ਨੂੰ ਕਰ ਦੇਣਾ ਚਾਹੀਦਾ, ਕਿਉਂਕਿ ਇਸ ਵੇਲੇ ਜੋ ਲੋੜਾਂ ਦੀ ਲੋੜ ਸਮਝੀ ਜਾ ਰਹੀ ਹੈ ਇਹਨਾਂ ਸਰਕਲਸ ਦੇ ਵਿੱਚ, ਵੀ ਸਾਡੀ ਕੱਲੇ ਦੀ ਸੁਣਵਾਈ ਨਹੀਂ ਹੋ ਰਹੀ, ਕਿਉਂ ਨਾ ਅਸੀਂ ਜਨਤਕ ਜਥੇਬੰਦੀਆਂ ਦਾ ਇੱਕ ਸਾਂਝਾ ਪਲੇਟਫਾਰਮ ਸਾਡੇ ਪੰਜਾਬ ਦੇ ਲੈਵਲ ਦਾ ਬਣਾ ਦਈਏ। ਕਿ ਉਸ ਪਾਸੇ ਵੱਲ ਨੂੰ ਇਹ ਛੋਟੀਆਂ ਜਥੇਬੰਦੀਆਂ ਤੁਰ ਪਈਆਂ ਤੇ ਇੱਕ ਵੱਡੇ ਪਲੇਟਫਾਰਮ ਤੇ ਆ ਗਈਆਂ ਤੇ ਫਿਰ ਸਰਕਾਰ ਨੇ ਬਿਲਕੁਲ। ਔਰ ਦਸਾਂਝ ਸਾਹਿਬ ਬਹੁਤ ਸਾਰੇ ਮਸਲੇ ਹੋਰ ਵੀ ਨੇ, ਜਿੱਦਾਂ NRI ਦਾ ਮਸਲਾ ਆ, NRI ਦਾ ਮਸਲਾ, ਤੇ ਉਹਦੇ ਵਿੱਚ ਵੀ ਇੱਕਾ ਦੁੱਕਾ ਕਾਰਵਾਈਆਂ ਹੋਈ ਜਾਂਦੀਆਂ, ਕਦੀ ਉੱਥੇ ਮੀਟਿੰਗ ਕਰ ਲਈ, ਉੱਥੇ ਮੀਟਿੰਗ ਕਰ ਲਈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਆਪਾਂ ਦੇਖ ਰਹੇ ਹਾਂ ਪਿਛਲੇ ਦਿਨਾਂ 'ਚ ਇੱਕ ਵੱਡਾ ਸਮਾਗਮ ਕਰ ਲਿਆ, ਉੱਥੋਂ ਵੀ ਨਾਰਾਜ਼ਗੀਆਂ ਪੈਦਾ ਹੋਈਆਂ। ਉਹਦੇ ਲਈ ਕੋਈ ਨਿਯਮ ਤੈਅ ਹੋ ਜਾਣ ਤੇ ਡਰਾਮੇ ਕਰਨ ਦੀ ਲੋੜ ਹੀ ਨਹੀਂ ਪੈਂਦੀ। ਜੇ ਉਹ ਸਾਰੇ ਕੋਈ ਰੂਲ ਬਣ ਜਾਣ, ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਸਾਰਾ ਕੰਮ ਚੱਲਦਾ ਜਾਵੇ, ਤੇ ਆਹ ਜਿਹੜਾ ਡਰਾਮੇਬਾਜ਼ੀ ਹੁੰਦੀ ਹੈ ਜੀ, NRI ਆਏ ਉਹਨਾਂ ਦਾ ਸਨਮਾਨ ਕਰ ਰਹੇ ਆ, ਉਹਨਾਂ ਨੂੰ ਮਿਲ ਰਹੇ ਆ, ਤੇ ਇਹ ਮੇਰੇ ਖਿਆਲ ਨੌਬਤ ਹੀ ਨਹੀਂ ਆਵੇ। ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਮਸਲੇ ਆ ਜਿਨ੍ਹਾਂ ਨੂੰ ਅਸੀਂ ਜਾਣਬੁੱਝ ਕੇ ਉਲਝਾਇਆ ਹੋਇਆ। ਸਾਡੇ ਸਿਆਸੀ ਲੋਕਾਂ ਦੀ ਹੀ ਕ੍ਰੀਏਸ਼ਨ ਹੈ ਇਹ, ਕਿ ਪਹਿਲਾਂ ਉਹ ਕ੍ਰੀਏਟ ਕਰੋ ਤੇ ਮੁੜ ਕੇ ਉਹਦੇ ਵਿੱਚ ਆਪਣੀ ਚੌਧਰ ਬਣਾਓ ਤੇ ਆਪਣੀ ਦੱਸੋ ਕਿ ਅਸੀਂ ਤੁਹਾਡੇ ਮਸਲੇ ਹੱਲ ਕਰ ਰਹੇ ਹਾਂ। ਇਹ ਜਿਹੜਾ ਸਾਡੇ ਡੈਮੋਕ੍ਰੇਸੀ ਦਾ ਮਾੜਾ ਰੁਝਾਨ ਆ, ਇਹਦੇ ਤੇ ਮਤਲਬ ਸਾਰੇ ਇੱਕੋ ਜਿਹੇ ਆ, ਭਾਵੇਂ ਕਾਂਗਰਸ ਹੋਵੇ, ਅਕਾਲੀ ਹੋਣ, BJP ਵਾਲੇ ਹੋਣ, ਆਮ ਆਦਮੀ ਵਾਲੇ ਹੋਣ, ਜਾਂ ਕੋਈ ਵੀ ਹੋਵੇ, ਇਹ 'ਚ ਕੋਈ ਵੀ ਇੱਕ ਦੂਜੇ ਤੋਂ ਵੱਖਰਾ ਕੋਈ ਰੂਪ ਨਹੀਂ ਨਜ਼ਰ ਆ ਰਿਹਾ। ਵੱਖਰਾ ਦਿਸਣਾ ਚਾਹੀਦਾ। ਵੈਸੇ ਘੱਟੋ ਘੱਟ ਪੰਜਾਬ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਨੂੰ, ਜੇ ਤੁਸੀਂ ਇੱਕ ਬਦਲਾਅ ਦੀ ਰਾਜਨੀਤੀ ਲੈ ਕੇ ਆਉਣ ਦੇ ਦਾਅਵੇ ਨਾਲ ਆਏ ਹੋ, ਤਾਂ ਫਿਰ ਉਹ ਬਦਲਿਆ ਹੋਇਆ ਰੂਪ ਵੀ ਦਿਸਣਾ ਚਾਹੀਦਾ, ਖਾਸ ਤੌਰ ਤੇ NRIs ਦੇ ਇਸ਼ੂਜ਼ ਦੇ ਉੱਤੇ। ਬਈ ਕਿਉਂ ਨਹੀਂ ਹਾਲੇ ਤੱਕ ਤੁਸੀਂ ਸਹੀ ਢੰਗ ਦੇ ਨਾਲ ਇਹਨਾਂ ਚੀਜ਼ਾਂ ਨੂੰ ਐਡਰੈਸ ਕਰ ਸਕੇ? ਬਹੁਤ ਤੇਜ਼ੀ ਨਾਲ ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ। ਬੜੇ ਮਸਲੇ ਨੇ NRIs ਦੇ, ਉਹ ਆਉਂਦੇ ਨੇ, ਆ ਕੇ ਨਿਰਾਸ਼ ਹੋ ਕੇ ਚਲ ਜਾਂਦੇ ਨੇ। ਦੇਖੋ ਕਿ ਨਵਾਂ ਟ੍ਰੈਂਡ ਤੁਸੀਂ ਦੇਖੋ ਕਿਉਂ ਟ੍ਰੈਂਡ ਇਹ ਪੈਦਾ ਹੋਇਆ। ਸਮਾਂ ਸਾਡਾ ਲਗਭਗ ਸਮਾਪਤ ਹੈ। ਜਿਹੜੀਆਂ ਪਹਿਲੀਆਂ ਪੀੜ੍ਹੀਆਂ ਗਈਆਂ ਇੱਥੇ, ਸਾਡਾ ਪੰਜਾਬ ਦੀ ਧਰਤੀ ਤੋਂ ਪਹਿਲਾਂ ਬਰਤਾਨੀਆ ਗਏ, ਫਿਰ ਹੌਲੀ ਹੌਲੀ ਚਲੋ ਅਮਰੀਕਾ ਖੁੱਲ ਗਿਆ ਜੀ, ਕੈਨੇਡਾ ਖੁੱਲ ਗਿਆ, ਤੇ ਜਿਹੜੀਆਂ ਪਹਿਲੀਆਂ ਦੂਜੀਆਂ ਪੀੜ੍ਹੀਆਂ ਗਈਆਂ, ਈਵਨ ਤੀਜੀ ਪੀੜ੍ਹੀ ਤੱਕ ਵੀ, ਮਤਲਬ ਦੂਜੀ ਪੀੜ੍ਹੀ ਤੱਕ ਤਾਂ ਇਹ ਸੀਗਾ ਹੀ ਪੱਕਾ ਹੀ, ਵੀ ਜਿਹੜੇ ਕਮਾਈਆਂ ਕਰਨ ਜਾਂਦੇ ਸੀ ਕੈਨੇਡਾ, ਅਮਰੀਕਾ, ਇੰਗਲੈਂਡ, ਤੇ ਉੱਥੇ ਕਮਾਈਆਂ ਕਰਕੇ ਇੱਧਰ ਪੈਸੇ ਭੇਜਦੇ ਸੀ ਤੇ ਇੱਥੇ ਜਾਇਦਾਦਾਂ ਆਪਣੀਆਂ ਬਣਾਉਂਦੇ ਸੀ, ਕੋਠੀਆਂ ਬਣਾਉਂਦੇ ਸੀ, ਵੱਡੀਆਂ ਵੱਡੀਆਂ ਜ਼ਮੀਨਾਂ ਖਰੀਦਦੇ ਸੀ, ਮਤਲਬ ਜਿਹੜੇ ਦਿਨ ਰਾਤ ਕਮਾਈਆਂ ਕਰਕੇ ਇੱਥੇ ਉਹਨਾਂ ਨੇ ਜ਼ਮੀਨਾਂ ਖਰੀਦੀਆਂ, ਇੱਥੇ ਆਪਣੀਆਂ ਜਾਇਦਾਦਾਂ ਬਣਾਈਆਂ। ਹੁਣ ਜਿਹੜੀ ਤੀਜੀ ਪੀੜ੍ਹੀ ਜਾਂ ਚੌਥੀ ਪੀੜ੍ਹੀ ਹੈ, ਹੁਣ ਹਾਲਤ ਕੀ ਹੈ? ਹੁਣ ਜਿਹੜੀ ਪਿਛਲੀ ਪੀੜ੍ਹੀ ਦੇ ਲੋਕ ਵੀ ਬੈਠੇ ਸੀ, ਉਹ ਵੀ ਇੱਧਰ ਆਉਂਦੇ ਆ, ਜ਼ਮੀਨਾਂ ਵੇਚਣ ਆਉਂਦੇ ਆ, ਵੀ ਵੇਚ ਦੇਈਏ, ਆਪਣੀਆਂ ਜਾਇਦਾਦਾਂ ਵੇਚਣ ਆਉਂਦੇ ਆ। ਹੁਣ ਪੈਸਾ ਸਾਡਾ, ਅੱਗੇ ਪੈਸਾ ਆ ਰਿਹਾ ਸੀ, ਹੁਣ ਪੈਸਾ ਸਾਡੇ ਬੱਚੇ ਜਦੋਂ ਪੜ੍ਹਨ ਜਾਂਦੇ ਆ, ਉਹ 30-40 ਲੱਖ ਰੁਪਈਆ ਨਾਲ ਲੈ ਕੇ ਜਾਂਦੇ ਆ,
ਮਤਲਬ ਹੁਣ ਇਕਨੋਮੀ ਸਾਡੀ ਜਾ ਰਹੀ ਹੈ, ਉਦੋਂ ਇਕਨੋਮੀ ਸਾਡੀ ਬਣ ਰਹੀ ਸੀ। ਯਾਨੀ ਅਸੀਂ ਇੰਨੇ ਅਨਸੇਫ ਹੋ ਗਏ ਆ, ਸਾਡੀ ਜਿਹੜੇ ਲੋਕ ਪਹਿਲਾਂ ਗਏ ਸੀ ਜਿਨ੍ਹਾਂ ਨੇ ਇੱਥੇ ਇੰਨਾ ਕੁਝ ਬਣਾਇਆ, ਇੰਨੀ ਬੁਰੀ ਤਰ੍ਹਾਂ ਅਨਸੇਫ ਉਹ ਫੀਲ ਕਰ ਰਹੇ ਆ। ਬਹੁਤ ਸਾਰੇ ਤਾਂ ਮੇਰੇ ਕੋਲ ਮਿਸਾਲਾਂ ਹੈ ਜਿਨ੍ਹਾਂ ਨੇ ਦਾਅਵੇ ਹੀ ਛੱਡ ਦਿੱਤੇ ਆਪਣੀ ਜ਼ਮੀਨਾਂ ਦੇ। ਮੈਂ ਸ਼ਾਇਦ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ, ਮਤਲਬ ਸਾਡੇ ਬਹੁਤ ਸਰਕਰਦਾ ਇੱਕ ਪੰਜਾਬੀ ਦੇ ਲੇਖਕ, ਉਹ ਆਪਣੇ ਪਿੰਡ ਗਏ ਤੇ ਆਪਣੀ ਵਾਈਫ ਦੇ ਨਾਲ, ਤੇ ਠੇਕਾ ਤਾਂ ਕਦੀ ਲਿਆ ਨਹੀਂ ਭਰਾਵਾਂ ਤੋਂ, ਭਤੀਜਿਆਂ ਤੋਂ, ਤੇ ਰਾਤ ਨੂੰ ਭਤੀਜਾ 2 ਪੈਗ ਲਾ ਕੇ ਕਿਰਪਾਨ ਲੈ ਕੇ ਕੋਲ ਬਹਿ ਗਿਆ, ਨਾਲੇ ਕਿਰਪਾਨ ਤੇ ਹੱਥ ਫੇਰੀ ਜਾਵੇ, ਨਾਲੇ ਕਹੀ ਜਾਵੇ ਵੀ ਤਾਇਆ ਜ਼ਮੀਨ ਕਿਸੇ ਹੋਰ ਨੂੰ ਨਹੀਂ ਮੈਂ ਦੇਣ ਦੇਣੀ ਤੈਨੂੰ। ਉਹ ਤਾਏ ਨੇ ਦਾਅਵਾ ਹੀ ਛੱਡਤਾ, ਉਹ ਕਹਿੰਦਾ 2 ਖੇਤ ਆ, ਕੀ ਕਰਨੇ ਆ, ਜਾਨ ਬਚਾ ਕੇ ਚੱਲੀਏ। ਸਵੇਰੇ ਉੱਠ ਕੇ ਆ ਗਏ, ਉਹ ਮੁੜ ਕੇ ਆਪਣੇ ਪਿੰਡ ਨਹੀਂ ਵੜੇ। ਏਦਾਂ ਦੇ ਹਜ਼ਾਰਾਂ ਕਿੱਸੇ ਹੈ, ਹਜ਼ਾਰਾਂ ਕਿੱਸੇ ਹੈ। ਸੋ ਅਲਟੀਮੇਟਲੀ ਪੰਜਾਬ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈ, ਜਿਸ ਬਦਲਾਅ ਦੇ ਦਾਅਵੇ ਨਾਲ ਆਈ ਹੈ, ਉਹ ਬਦਲਾਅ ਥੋੜਾ ਬਹੁਤ ਦਿਖਾਈ ਦੇਣਾ ਚਾਹੀਦਾ ਜੀ। ਜੀ ਆਪਾਂ ਜੀਤ ਗਿੱਲ ਜੀ, 2-3 ਦਿਨ ਪਹਿਲਾਂ ਵੀ ਆਪਾਂ ਇਸ ਮੁੱਦੇ ਨੂੰ ਥੋੜਾ ਜਿਹਾ ਆਪਣੇ ਪ੍ਰੋਗਰਾਮ 'ਚ ਟੱਚ ਕੀਤਾ ਸੀ, ਜਿਹੜੀ ਮਾਈਗ੍ਰੇਸ਼ਨ ਹੋ ਰਹੀ ਆ ਤੇ ਜਾਂ ਇਮੀਗ੍ਰੇਸ਼ਨ ਦੇ ਨਾਂ ਤੇ ਜੋ ਕੁਝ ਹੋ ਰਿਹਾ, ਜਿਸ ਤਰੀਕੇ ਨਾਲ ਲੋਕ ਛੱਡ ਭੱਜ ਰਹੇ ਆ। ਤਾਂ ਡਾਕਟਰ ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਮੈਨੂੰ ਬਹੁਤ ਟੱਚਿੰਗ ਲੱਗਿਆ ਇਹ ਮਸਲਾ ਤੁਹਾਡਾ, ਤੇ ਕੰਪਲੀਟ ਪ੍ਰੋਗਰਾਮ ਇੱਕ ਹੋਣਾ ਚਾਹੀਦਾ ਕਿ ਇਮੀਗ੍ਰੇਸ਼ਨ ਦੇ ਪਿੱਛੇ, ਮਾਈਗ੍ਰੇਸ਼ਨ ਦੇ ਪਿੱਛੇ ਕੀ ਕਾਰਨ ਨੇ, ਕਿਹੜੀਆਂ ਦਿੱਕਤਾਂ ਨੇ। ਕੋਸ਼ਿਸ਼ ਕਰਾਂਗੇ ਗਿੱਲ ਸਾਹਿਬ ਨੂੰ ਵੀ ਇਨਵੋਲਵ ਕਰਕੇ ਇੱਥੇ ਪ੍ਰੋਗਰਾਮ ਕਰੀਏ। ਤੁਸੀਂ ਵੀ ਇੱਥੇ ਥੋੜ੍ਹੀ ਜਿਹੀ ਤਿਆਰੀ ਰੱਖਿਓ, ਆਪਾਂ ਕਿਸੇ ਦਿਨ ਇੰਟਾਇਰਲੀ ਇਸ ਇਸ਼ੂ ਦੇ ਉੱਤੇ ਗੱਲ ਕਰਾਂਗੇ। ਮੁੱਦੇ ਅੱਜ ਦੀਆਂ ਖਬਰਾਂ 'ਚ ਹੋਰ ਵੀ ਸੀਗੇ। ਰਾਜਪਾਲਾਂ ਦਾ ਮੁੱਦਾ ਆ, ਸਾਰੀਆਂ ਹੀ ਜਿਹੜੀਆਂ ਗੈਰ ਭਾਜਪਾ ਸਰਕਾਰਾਂ ਨੇ ਉਹ ਰਾਜਪਾਲਾਂ ਦੇ ਦਖਲ ਤੋਂ ਬਹੁਤ ਦੁਖੀ ਨੇ। ਕਿਤੇ ਨਾ ਕਿਤੇ ਏਕਤਾ ਬਣ ਰਹੀ ਆ ਸਾਰੇ ਮੁਲਕ ਦੇ ਵਿੱਚ, ਫੈਡਰਲ ਢਾਂਚੇ ਦੀ ਦੁਬਾਰਾ ਗੱਲ ਚੱਲ ਰਹੀ ਆ। ਪਾਕਿਸਤਾਨ ਦੇ ਕ੍ਰਾਈਸਿਸ ਦੀ ਗੱਲ ਆਪਾਂ ਲਗਾਤਾਰ ਕਰ ਰਹੇ, ਪਿਛਲੇ ਦਿਨਾਂ ਤੋਂ ਥੋੜ੍ਹਾ ਜਿਹਾ ਉਹਨਾਂ ਨੂੰ ਸਾਹ ਮਿਲਿਆ। ਆਪਾਂ ਕੱਲ੍ਹ ਵੀ ਡਿਸਕਸ ਕੀਤਾ ਸੀ ਕਿ 5 ਅਰਬ ਮਿਲ ਗਿਆ, ਥੋੜ੍ਹੇ ਜਿਹੇ ਦਿਨ ਨਿਕਲ ਜਾਣਗੇ ਉਹਨਾਂ ਦੇ, ਪਰ ਹਾਲਾਤ ਸੁਖਾਵੇਂ ਨਹੀਂ ਆ। ਕੈਲੀਫੋਰਨੀਆ 'ਚ ਵੱਡਾ ਫਲੱਡ ਆਇਆ, ਲੋਕ ਪਰੇਸ਼ਾਨ ਆ। ਪਹਿਲਾਂ ਸਨੋ ਦਾ ਸਟੋਰਮ ਆਇਆ ਸੀਗਾ, ਤੇ ਅਮਰੀਕਾ ਦੇ ਉੱਤੇ ਵੀ ਦਿਨ ਕੋਈ ਮਾੜੇ ਹੀ ਲੱਗਦੇ ਆ। ਸਾਰੀਆਂ ਉਡਾਨਾਂ ਕੱਲ੍ਹ ਬੰਦ ਹੋ ਗਈਆਂ, ਕੰਪਿਊਟਰ ਸਿਸਟਮ ਹੀ ਸਾਰਾ ਕੁਝ ਹੋ ਗਿਆ। ਅੱਜ ਕੱਲ੍ਹ ਹਾਈਜੈਕਿੰਗ ਦਾ ਬੜਾ ਚੱਕਰ ਹੈ, ਪਤਾ ਨਹੀਂ ਕੌਣ ਕਿਹੜੀ ਚੀਜ਼ ਨੂੰ ਹਾਈਜੈਕ ਕਰ ਲੈਂਦਾ। ਦੁਨੀਆ ਨੂੰ ਇਸ ਵੇਲੇ ਮੇਰੇ ਖਿਆਲ ਐਟਮ ਬੰਬ ਤੋਂ ਵੱਡਾ ਖਤਰਾ ਜਿਹੜਾ ਹਾਈਜੈਕਿੰਗ ਕਰਕੇ ਚੀਜ਼ਾਂ ਨੂੰ, ਜਿਹੜੀਆਂ ਇੰਟਰਨੈਟ ਵਗੈਰਾ ਨੂੰ, ਤੇ ਉਹ ਖਤਰਾ ਦਰਪੇਸ਼ ਹੈ। ਸੋ ਅੱਜ ਦੇ ਸਮਾਂ ਆਪਣਾ ਹੋ ਗਿਆ ਜੀ। ਬਹੁਤ ਸ਼ੁਕਰੀਆ ਤੁਹਾਡਾ। ਕੱਲ੍ਹ ਨੂੰ ਦੁਬਾਰਾ ਆਪਾਂ ਜਿਹੜੇ ਆ ਕੁਝ ਮੁੱਦਿਆਂ ਦੇ ਉੱਤੇ ਕਰਾਂਗੇ ਗੱਲਬਾਤ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।